ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦਾ ਲੈਣੀ ਹੈ ਨਾਮ ਔਰ ਕਰਦੇ ਹਾਂ ਸ਼ੁਰੂ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਵਾਰਤਾ। ਅੱਜ ਦੇ ਪਵਿੱਤਰ ਪਾਵਨ ਮਹਾਫਰਮਾਨ ਬੈਰਾੜੀ ਰਾਗ ਦੇ ਵਿੱਚ ਪਾਤਸ਼ਾਹ ਚੌਥੇ ਗੁਰਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਪਵਿੱਤਰ ਬਾਣੀ ਦੇ ਵਿੱਚੋਂ ਬਖਸ਼ਿਸ਼ ਹੋਏ ਨੇ। ਸਤਿਗੁਰਾਂ ਜੀ ਦੇ ਮੁਬਾਰਕ ਪਵਿੱਤਰ ਮੁਖਾਰਬਿੰਦ ਤੋਂ ਉਚਾਰਿਤ ਅੱਜ ਦੇ ਹੁਕਮਨਾਮਾ ਸਾਹਿਬ ਜੀ ਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ਼ੋਭਾ ਅੰਗ ਨੰਬਰ 720 ਉੱਪਰ ਸੁਭਾਇਮਾਨ ਹੋਇਆ ਦੇਖਦੇ ਹਾਂ। ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਪਹਿਲੀ ਹੀ ਮੁਬਾਰਕ ਪੰਕਤੀ ਦਾ ਸੰਬੰਧ ਰਹਾਉ ਦੇ ਨਾਲ ਹੈ। ਰਹਾਉ ਕੇਂਦਰੀ ਭਾਵ ਹੈ, ਸੈਂਟਰਲ ਆਈਡੀਆ ਹੈ, ਥੀਮ ਹੈ, ਔਰ ਬਾਕੀ ਦੀਆਂ ਮੁਬਾਰਕ ਪੰਕਤੀਆਂ ਰਹਾਉ ਦੀ ਪਵਿੱਤਰ ਪੰਕਤੀ ਦੀ ਪ੍ਰੋੜਤਾ ਦੇ ਲਈ ਵਰਤੀਆਂ ਜਾਂਦੀਆਂ ਨੇ। ਗੱਲ ਸਤਿਗੁਰ ਜਿਹੜੀ ਦ੍ਰਿੜ ਕਰਾਉਣਾ ਚਾਹੁੰਦੇ ਨੇ ਉਹ ਰਹਾਉ ਦੀ ਮੁਬਾਰਕ ਪੰਕਤੀ ਦੇ ਵਿੱਚ ਦੱਸ ਦਿੱਤੀ ਜਾਂਦੀ ਹੈ। ਰਹਾਉ ਦੀ ਮੁਬਾਰਕ ਪਹਿਲੀ ਪੰਕਤੀ ਦੇ ਵਿੱਚ ਜਪ ਦੀ ਗੱਲ ਹੈ। ਜਪ ਮਨ, ਜਪ ਦੇ ਪੱਪੇ ਨੂੰ ਸਿਹਾਰੀ ਮਨ ਦਾ ਸੰਬੰਧ ਜਪ ਦੇ ਨਾਲ ਹੈ। ਜਪਣਾ, ਜਪਣਾ ਕਿਸ ਨੂੰ ਹੈ? ਹਰ ਹਰ। ਹਰ ਹਰ ਨੂੰ ਜਪਣਾ ਕਿਵੇਂ ਹੈ? ਨਾਮ, ਨਾਮ ਦੇ ਮਮੇ ਥਲੇ ਔਂਕੜ ਇੱਕ ਵਚਨ। ਇਹ ਜਪਣ ਦੀ ਕਿਰਿਆ ਹੈ ਔਰ ਇਸ ਕਿਰਿਆ ਨੂੰ ਅਪਣਾਉਣ ਤੋਂ ਬਾਅਦ ਸਾਡੇ ਪਾਸ ਜਿਹੜੀ ਗੱਲ ਪੁੱਜੇਗੀ, ਉਹ ਜਿਹੜੀ ਵਿਧੀ ਪੁੱਜੇਗੀ ਉਹ ਨਿਤ ਧਿਆਏ ਦੀ ਹੋਵੇਗੀ। ਭਾਵ ਇਸ ਤਰੀਕੇ ਦੇ ਨਾਲ ਨਿਤਾ ਪ੍ਰਤੀ ਧਿਆਇਆ ਜਾ ਸਕਦਾ ਹੈ। ਇਸ ਤਰੀਕੇ ਦੇ ਨਾਲ ਨਿਤਾ ਪ੍ਰਤੀ ਧਿਆਏ ਜਾਣ ਦਾ ਸਤਿਗੁਰਾਂ ਵੱਲੋਂ ਹੁਕਮ ਹੈ। ਭਾਵ ਮਨ ਕਰਕੇ ਧਿਆਨ ਦੇ ਜੋੜਨ ਦੀ ਜਿਹੜੀ ਪ੍ਰਕਿਰਿਆ ਹੈ ਉਸ ਨੂੰ ਆਪਾਂ ਮਨ ਕਰਕੇ ਜਪ ਰਾਹੀਂ ਹੀ ਸੰਪੂਰਨ ਜਾਂ ਪੂਰਨ ਕਰ ਸਕਦੇ ਹਾਂ। ਜਪ ਦੀ ਵਿਧੀ ਕੀ ਹੈ? ਕਿਉਂਕਿ ਸਤਿਗੁਰਾਂ ਨੇ ਅਗਲੀ ਮੁਬਾਰਕ ਪੰਕਤੀ ਦੇ ਵਿੱਚ ਕਿਹਾ ਸੋ ਜਪ ਸੋ ਤਪ। ਜਪ ਮਨ ਕਰਕੇ ਕਰਨਾ ਹੈ, ਸਪਸ਼ਟ ਹੋ ਗਿਆ। ਜਪ ਰਾਹੀਂ ਅਕਾਲ ਪੁਰਖ ਦੇ ਨਾਮ ਦੀ ਸਿਮਰਨਾ, ਸਿਮਰਨਾ ਰਾਹੀਂ ਮਨੁੱਖ ਦਾ ਧਿਆਨ, ਧਿਆਨ ਜਦੋਂ ਇੱਕ ਵੱਲ ਜਾਵੇ ਤਾਂ ਉਸ ਵਕਤ ਸਮਝ ਲੱਗਦੀ ਹੈ ਕਿ ਜਪ ਰਾਹੀਂ ਧਿਆਨ ਜੋੜਿਆ ਜਾ ਸਕਦਾ ਹੈ। ਹੋਰ ਕੋਈ ਵਿਧੀ ਧਿਆਨ ਜੋੜਨ ਦੀ ਨਹੀਂ ਹੈ। ਉਸ ਤੋਂ ਬਾਅਦ ਕੀ ਹੋਵੇਗਾ? ਜੋ ਇੱਛਾ ਹੈ ਸੋਈ ਫਲ ਪਾਵੈ ਹੈ। ਮਨੁੱਖ ਸੰਸਾਰ ਦੇ ਵਿੱਚ ਕਈ ਕਿਸਮ ਦੀਆਂ ਇੱਛਾਵਾਂ ਕਰਦਾ ਹੈ, ਲੇਕਿਨ ਮਨੁੱਖ ਦੀ ਹਰ ਇੱਛਾ ਕਦੀ ਵੀ ਪੂਰੀ ਨਹੀਂ ਹੁੰਦੀ, ਕਦੀ ਵੀ। ਲੇਕਿਨ ਜਿਹੜੇ ਪ੍ਰਭੂ ਨੂੰ ਸਮਰਪਿਤ ਮਨੁੱਖ ਹੁੰਦੇ ਨੇ, ਗੁਰਸਿੱਖ ਜਿਹੜੇ ਸੰਤ ਪੁਰਖ ਮਹਾਂਪੁਰਖ, ਉਹ ਕਹਿੰਦੇ ਨੇ ਕਿ ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਨੇ। ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣ ਦਾ ਮਤਲਬ ਹੀ ਇਹੋ ਹੈ ਕਿ ਹੁਣ ਉਹਨਾਂ ਦੀ ਆਪਣੀ ਕੋਈ ਇੱਛਾ ਰਹੀ ਹੀ ਨਹੀਂ। ਲੇਕਿਨ ਜਿਸ ਵਕਤ ਆਪਾਂ ਅੱਖਰੀ ਅਰਥ ਕਰਦੇ ਹਾਂ ਤਾਂ ਉਸ ਵਕਤ ਫਿਰ ਧਿਆਨ ਉਹਨਾਂ ਇੱਛਾਵਾਂ ਵੱਲ ਚਲਿਆ ਜਾਂਦਾ ਜਿਹੜੀਆਂ ਦੁਨਿਆਵੀ ਨੇ। ਔਰ ਜੋ ਇੱਛੇ ਸੋਈ ਫਲ ਪਾਵੇ। ਜਿਸ ਕਿਸਮ ਦੀ ਇੱਛਾ ਕਰੋਗੇ ਉਸ ਕਿਸਮ ਦਾ ਫਲ ਪ੍ਰਾਪਤ ਹੋਏਗਾ। ਹੁਣ ਜ਼ਾਹਿਰ ਤੌਰ ਪਰ ਜਦੋਂ ਗੁੰਮਰਾਹ ਕੁਨ ਪ੍ਰਚਾਰ ਕਰਨਾ ਹੋਵੇ ਤਾਂ ਇਸ ਮੁਬਾਰਕ ਪੰਕਤੀ ਨੂੰ ਲੈ ਕੇ ਮਨੁੱਖ ਦੀਆਂ ਵਾਸਨਾਵਾਂ ਨੂੰ ਭੜਕਾਇਆ ਜਾ ਸਕਦਾ ਹੈ ਕਿ ਜਿਸ ਕਿਸਮ ਦੀ ਵੀ ਕੋਈ ਇੱਛਾ ਕਰੇਗਾ ਖਿਮਾ ਕਰਨੀ। ਸ਼ਰਾਬੀ ਦੀ ਵੀ ਇੱਛਾ ਹੈ ਸ਼ਰਾਬ ਪੀਣ ਦੀ, ਜੁਆਰੀ ਦੀ ਵੀ ਇੱਛਾ ਹੈ ਜੂਆ ਖੇਡਣ ਦੀ, ਵਿਭਚਾਰੀ ਦੀ ਵੀ ਇੱਛਾ ਹੈ ਵਿਭਚਾਰ ਕਰਨ ਦੀ, ਭ੍ਰਿਸ਼ਟਾਚਾਰੀ ਦੀ ਵੀ ਇੱਛਾ ਹੈ। ਉਹ ਆਪਣੀਆਂ ਇੱਛਾਵਾਂ ਦੇ ਮੁਤਾਬਕ ਕੰਮ ਕਰ ਰਹੇ ਨੇ। ਲੇਕਿਨ ਕਿਉਂਕਿ ਸਤਿਗੁਰਾਂ ਨੇ ਇੱਥੇ ਗੱਲ ਜਪਣ ਦੀ ਕੀਤੀ ਹੈ, ਧਿਆਨ ਉਸ ਅਕਾਲ ਪੁਰਖ ਵੱਲ ਜਿਸ ਦਾ ਜੁੜੇਗਾ, ਕੀ ਉਸ ਦੀ ਇੱਛਾ ਨਸ਼ੇ ਕਰਨ ਦੀ ਰਹੇਗੀ? ਕੀ ਉਸ ਦੀ ਇੱਛਾ ਵਿਕਾਰੀ ਰਹੇਗੀ? ਉਸ ਦੀ ਅਸਲ ਦੇ ਵਿੱਚ ਇੱਛਾ ਰਹੇਗੀ ਹੀ ਨਹੀਂ ਰਹੇਗੀ। ਉਸ ਦੀ ਇੱਛਾ ਦੇ ਵਿੱਚ ਜਿਸ ਦਾ ਧਿਆਨ ਅਕਾਲ ਪੁਰਖ ਦੇ ਨਾਲ ਜੁੜਿਆ ਹੈ, ਉਸ ਦੀ ਇੱਛਾ ਦੇ ਵਿੱਚ ਕੇਵਲ ਇੱਕ ਅਕਾਲ ਪੁਰਖ ਦੇ ਧਿਆਨ ਦੀ ਹੀ ਪ੍ਰਾਪਤੀ ਹੋਏਗੀ। ਇਸ ਕਰਕੇ ਉਹ ਜਿਹੜੀ ਇੱਛਾ ਕਰੇਗਾ, ਜੋ ਇੱਛੇ ਸੋਈ ਫਲ ਪਾਵੇ। ਕਿਉਂਕਿ ਜਿਸ ਕਿਸਮ ਦੀ ਕੋਈ ਇੱਛਾ ਕਰਦਾ ਹੈ, ਫਲ ਉਸ ਕਿਸਮ ਦਾ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਇੱਕ ਬੜੀ ਸਪਸ਼ਟ ਜੀ ਗੱਲ ਹੈ। ਇੱਕ ਰਾਜਾ ਸੀ, ਰਾਜਾ ਧਰਮੀ ਸੀ। ਉਸ ਦੇ ਮਨ ਵਿੱਚ ਖਿਆਲ ਆਇਆ ਕਿ ਮੈਂ ਰਾਜਾ ਕਿਉਂ ਬਣਿਆ? ਆਖਰ ਕੋਈ ਐਸਾ ਕਰਮ ਮੈਂ ਕੀਤਾ ਹੋਏਗਾ ਜਿਸ ਕਾਰਨ ਮੈਂ ਰਾਜਾ ਬਣਿਆ। ਕਿਉਂਕਿ ਪ੍ਰਜਾ ਦੇ ਵਿੱਚ ਬਹੁਤ ਸਾਰੇ ਲੋਕ ਨੇ, ਬਹੁਤ ਸਾਰੇ ਪ੍ਰਾਣੀ ਨੇ, ਪਰ ਰਾਜਾ ਤਾਂ ਇੱਕੋ ਹੀ ਹੈ।
ਆਖਰ ਕੀ ਕਾਰਨ ਕਿ ਮੈਨੂੰ ਪਰਮਾਤਮਾ ਨੇ ਰਾਜਾ ਬਣਾਇਆ? ਕਿਉਂਕਿ ਹੈ ਉਹ ਪਰਮਾਤਮਾ ਨੂੰ ਸਮਰਪਣ ਸੀ ਵਿਅਕਤੀ। ਅਜਿਹਾ ਸੋਚਦੇ ਸੋਚਦੇ ਇੱਕ ਦਿਨ ਉਸਦੇ ਮਨ ਵਿੱਚ ਇਹ ਖਿਆਲ ਆਇਆ ਕਿ ਜੇ ਪਰਮਾਤਮਾ ਨੇ ਮੈਨੂੰ ਰਾਜਾ ਹੀ ਬਣਾਉਣਾ ਸੀ, ਇੰਨਾ ਹੀ ਮੈਨੂੰ ਪਿਆਰ ਦੇਣਾ ਸੀ, ਇੰਨਾ ਹੀ ਮੈਨੂੰ ਨਿਵਾਜਣਾ ਸੀ, ਜੇ ਮੈਂ ਉਹਦਾ ਇੰਨਾ ਹੀ ਪਿਆਰਾ ਸੀ ਤਾਂ ਮੇਰੀ ਮੁਕਤੀ ਹੀ ਕਰ ਦਿੰਦਾ। ਫਿਰ ਮੈਨੂੰ ਲੀਨ ਹੀ ਕਿਉਂ ਨਾ ਕਰ ਲਿਆ, ਰਾਜਾ ਬਣਾ ਕੇ ਕਿਉਂ ਭੇਜਿਆ? ਇਸ ਪ੍ਰਸ਼ਨ ਦਾ ਜਵਾਬ ਲੱਭਣ ਦੇ ਲਈ ਉਹ ਕਈਆਂ ਦੇ ਕੋਲ ਗਿਆ। ਆਖਰ ਉਸ ਨੂੰ ਇੱਕ ਐਸਾ ਵਿਅਕਤੀ ਮਿਲਿਆ ਜਿਸ ਵਿਅਕਤੀ ਨੇ ਉਸ ਨੂੰ ਉਸਦੇ ਕਰਮਾਂ ਦੀ ਗੱਲ ਸਮਝਾਈ। ਮਨੁੱਖ ਨੂੰ ਜੋ ਮਿਲਦਾ ਹੈ ਉਸ ਦੇ ਕਰਮਾਂ ਦੇ ਮੁਤਾਬਕ ਮਿਲਦਾ ਹੈ, ਲੇਕਿਨ ਕਰਮਾਂ ਤੋਂ ਬਾਅਦ ਉਸ ਦੀ ਫਿਰ ਇੱਛਾ। ਮੈਂ ਗੱਲ ਦੀ ਪੂਰਤੀ ਦੇ ਲਈ, ਗੱਲ ਨੂੰ ਸਮਝਾਉਣ ਦੇ ਲਈ ਜਾਂ ਸਮਝਣ ਦੇ ਲਈ ਗੱਲ ਕਰ ਰਹੇ ਹਾਂ। ਜਿਸ ਤਰ੍ਹਾਂ ਭਾਈ ਗੋਪਾਲ ਜੀ ਨੇ, ਭਾਈ ਗੋਪਾਲ ਜੀ ਭਾਈ ਗੋਪਾਲ ਜੀ ਬਾਣੀ ਉਚਾਰਨ ਕਰ ਰਹੇ ਨੇ, ਬਿਲਕੁਲ ਸ਼ੁੱਧ ਉਚਾਰਨ ਕਰ ਰਹੇ ਨੇ, ਔਰ ਸਤਿਗੁਰੂ ਕਹਿ ਰਹੇ ਨੇ, ਸਤਿਗੁਰ ਸੋਚ ਰਹੇ ਨੇ ਕਿ ਇਸ ਨੂੰ ਮੈਂ ਨਾਨਕ ਦੀ ਗੱਦੀ ਹੀ ਦੇ ਦਿਆਂ, ਆਪ ਮੈਂ ਹੇਠਾਂ ਉਤਰ ਜਾਵਾਂ। ਇੰਨੀ ਸ਼ੁੱਧ, ਇੰਨੀ ਸ਼ੁਭ ਬਾਣੀ ਪੜ੍ਹ ਰਹੇ ਨੇ, ਲੇਕਿਨ ਉਸ ਦੇ ਮਨ ਵਿੱਚ ਇੱਛਾ ਹੈ ਕਿ ਸਤਿਗੁਰਾਂ ਦੇ ਘੋੜੇ ਉੱਪਰ ਜਿਹੜੀਆਂ ਹੀਰੇ, ਜਿਹੜੀਆਂ ਕਾਠੀਆਂ ਨੇ, ਉਹ ਪ੍ਰਾਪਤ ਕਰ ਲਈਆਂ ਜਾਣ। ਹੁਣ ਮਨੁੱਖ ਨੂੰ ਮਿਲਣਾ ਉਸ ਦੀ ਇੱਛਾ ਦੇ ਮੁਤਾਬਕ। ਜੇ ਉਹ ਆਪਣੀ ਇੱਛਾ ਨੂੰ ਆਪਣੇ ਗੁਰੂ ਤੇ ਛੱਡ ਦਿੰਦਾ, ਜੇ ਉਹ ਆਪਣੀ ਇੱਛਾ ਨੂੰ ਆਪਣੇ ਗੁਰੂ ਤੇ ਛੱਡ ਦਿੰਦਾ ਕਿ ਸਤਿਗੁਰ ਮੇਰੀ ਤਾਂ ਕੋਈ ਇੱਛਾ ਨਹੀਂ, ਜੋ ਤੇਰੀ ਇੱਛਾ, ਤਾਂ ਫਿਰ ਅੱਜ ਉਹ ਕਿੱਥੇ ਪਹੁੰਚ ਜਾਂਦਾ? ਖਿਮਾ ਕਰਨੀ, ਗੱਲ ਨੂੰ ਆਪਾਂ ਸਮਝਣਾ ਹੈ। ਰਾਜੇ ਨੂੰ ਫਿਰ ਇੱਕ ਪਰਮ ਪੁਰਖ ਮਿਲਿਆ। ਉਹ ਕਹਿਣ ਲੱਗਾ ਕਿ ਰਾਜਨ, ਅਸਲ ਵਿੱਚ ਤੇਰੀ ਮੁਕਤੀ ਹੋ ਜਾਣੀ ਸੀ ਉਸ ਵਕਤ ਜਿਹੜਾ ਕਰਮ ਤੂੰ ਕੀਤਾ ਸੀ। ਮੁਕਤੀ ਤੋਂ ਪਹਿਲਾਂ ਤੂੰ ਰਾਜ ਮੰਗ ਲਿਆ। ਉਹ ਕਹਿਣ ਲੱਗਾ ਫਿਰ ਮੈਨੂੰ ਪੂਰੀ ਕਹਾਣੀ ਸੁਣਾਓ। ਉਹ ਕਹਿਣ ਲੱਗਾ ਕਿ ਤੂੰ ਇੱਕ ਘਾਹ ਚਾਰਨ ਵਾਲਾ ਸੀ, ਘਾਹ ਕੱਟਣ ਵਾਲਾ ਸੀ, ਘਾਹ ਕੱਟਿਆ ਕਰਦਾ ਸੀ। ਬੋਰੀਆਂ ਦੇ ਵਿੱਚ ਘਾਹ ਨੂੰ ਫਿਰ ਭਰ ਕੇ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਲੋਕਾਂ ਨੇ ਘੋੜੇ ਰੱਖੇ ਹੁੰਦੇ ਸਨ, ਜਿਹੜੇ ਅਮੀਰ ਵਿਅਕਤੀ ਸਨ। ਜਿਵੇਂ ਅੱਜ ਲੋਕਾਂ ਨੇ ਕਾਰਾਂ ਰੱਖੀਆਂ ਨੇ, ਤੇ ਕਾਰ ਨੂੰ ਚਲਾਉਣ ਦੇ ਲਈ ਪੈਟਰੋਲ ਦੀ ਲੋੜ ਹੈ, ਤੇ ਜਿਨ੍ਹਾਂ ਨੇ ਘੋੜੇ ਰੱਖੇ ਹੁੰਦੇ ਸਨ ਉਹਨਾਂ ਨੂੰ ਫਿਰ ਘਾਹ ਦੀ ਲੋੜ ਹੁੰਦੀ ਸੀ। ਉਹ ਬੋਰੀਆਂ 'ਚ ਬੰਦ ਕਰਕੇ ਘਾਹ ਲੋਕਾਂ ਨੂੰ ਸਪਲਾਈ ਕਰਿਆ ਕਰਦਾ ਸੀ, ਦਿਆ ਕਰਦਾ ਸੀ, ਵੇਚਿਆ ਕਰਦਾ ਸੀ। ਤੋ ਅੱਛੀ ਖਾਸੀ ਕਮਾਈ ਸੀ ਘਾਹ ਦੇ ਕਾਰਨ। ਹੈ ਸੀ ਉਸ ਵਕਤ ਵੀ ਉਹ ਧਰਮ ਨੂੰ ਸਮਰਪਿਤ। ਲੇਕਿਨ ਖਿਮਾ ਕਰਨੀ, ਜੋ ਸਤਿਗੁਰ ਸਾਨੂੰ ਗੱਲ ਸਮਝਾਉਣਾ ਚਾਹੁੰਦੇ ਨੇ, ਪਾਤਸ਼ਾਹ ਕਹਿੰਦੇ ਨੇ ਕਿ ਹਰ ਪ੍ਰਾਣੀ ਹੀ ਸਮਰਪਿਤ ਹੈ ਧਰਮ ਨੂੰ। ਜਿਹੜਾ ਮੂਰਤੀ ਪੂਜਾ ਕਰ ਰਿਹਾ ਹੈ ਉਹ ਵੀ ਸਮਰਪਿਤ ਧਰਮ ਨੂੰ, ਪਰ ਉਹਦੇ ਕੋਲ ਰਾਹ ਨਹੀਂ, ਉਹਦੇ ਕੋਲ ਰਸਤਾ ਨਹੀਂ ਹੈ। ਜਿਹੜਾ ਜਨੇਊ ਪਾ ਰਿਹਾ ਹੈ ਉਹ ਵੀ ਸਮਰਪਿਤ ਧਰਮ ਨੂੰ, ਪਰ ਉਹਦੇ ਕੋਲ ਰਸਤਾ ਨਹੀਂ। ਜਿਹੜਾ ਰਸਤਾ ਉਹਨੇ ਅਪਣਾ ਲਿਆ ਨਾ, ਇਹ ਅੱਗੇ ਚੱਲ ਕੇ ਵਿਚਾਰ ਕਰਾਂਗਾ, ਕਿਉਂਕਿ ਸਤਿਗੁਰ ਨੇ ਜਪ, ਤਪ ਔਰ ਬਰਤ ਦੀ ਗੱਲ ਕੀਤੀ ਹੈ। ਕਿਉਂਕਿ ਸਿੱਖ ਦੇ ਲਈ ਜਪ ਔਰ ਤਪ ਔਰ ਬਰਤ ਕੀ ਹੈ, ਇਹ ਸਾਨੂੰ ਗੁਰਮਤਿ ਪੂਰੀ ਤਰ੍ਹਾਂ ਦੇ ਨਾਲ ਸਪਸ਼ਟ ਰੂਪ ਦੇ ਵਿੱਚ ਸਮਝਾਉਂਦੀ ਹੈ। ਹੈ ਸਮਰਪਿਤ ਸੀ ਧਰਮ ਨੂੰ, ਲੇਕਿਨ ਧਰਮ ਦੀ ਸੋਝੀ ਨਹੀਂ ਸੀ। ਇਸ ਕਰਕੇ ਕੀ ਕਰਿਆ ਕਰਦਾ ਸੀ, ਕੁਰਖੇਤਰ ਦੇ ਵਿੱਚ ਜਿਹੜਾ ਮੇਲਾ ਲੱਗਿਆ ਕਰਦਾ ਸੀ, ਉਦੋਂ ਜਾ ਕੇ ਉਹ ਤੀਰਥ ਇਸ਼ਨਾਨ ਕਰਿਆ ਕਰਦਾ ਸੀ। ਹੁਣ ਲੋਕ ਸਰੀਰ ਦੇ ਇਸ਼ਨਾਨ ਨੂੰ ਤੀਰਥ ਸਮਝਦੇ ਨੇ, ਉਹ ਵੀ ਜਾਇਆ ਕਰਦਾ ਸੀ। ਪਰ ਤੀਰਥ ਇਸ਼ਨਾਨ ਕਰਕੇ ਕਦੀ ਮਨ ਨੂੰ ਤਸੱਲੀ ਨਹੀਂ ਮਿਲੀ। ਇਹ ਸੋਚਿਆ ਕਰਦਾ ਸੀ ਕਿ ਜੇ ਇਹ ਤੀਰਥ ਹੈ ਤਾਂ ਮਨ ਸ਼ਾਂਤ ਕਿਉਂ ਨਹੀਂ ਹੋ ਰਿਹਾ, ਮਨ ਨੂੰ ਤਸੱਲੀ ਕਿਉਂ ਨਹੀਂ ਮਿਲ ਰਹੀ। ਆਖਰ ਇੱਕ ਦਿਨ ਕੁੰਭ ਦਾ ਮੇਲਾ ਲੱਗਾ ਸੀ ਔਰ ਤੀਰਥ ਤੋਂ ਇਸ਼ਨਾਨ ਕਰਨ ਦੇ ਲਈ ਗਿਆ ਸੀ। ਜਿਸ ਵਕਤ ਉਹ ਆਪਣੇ ਕੱਪੜੇ ਉਤਾਰ ਕੇ ਪਾਣੀ ਦੇ ਵਿੱਚ ਉਤਰਨ ਲੱਗਾ ਤੇ ਉਸ ਨੂੰ ਇੱਕ ਬਿਰਧ ਮਾਤਾ ਦੀ ਚੀਖ ਸੁਣਾਈ ਦਿੱਤੀ। ਇੱਕ ਹੁੱਕ, ਇੱਕ ਚੀਖ ਉੱਚੀ ਸਾਰੀ। ਕੋਈ ਰੋ ਲਿਆ ਸੀ, ਕੋਈ ਬਿਰਲਾਪ ਕਰ ਰਿਹਾ ਸੀ। ਉਸ ਨੇ ਆਪਣੇ ਨਾਲ ਇਸ਼ਨਾਨ ਕਰ ਰਹੇ ਇੱਕ ਪੰਡਤ ਨੂੰ ਕਿਹਾ ਕਿ ਕੋਈ ਰੋ ਰਿਹਾ ਹੈ, ਚੱਲ ਕੇ ਦੇਖੀਏ। ਉਹ ਕਹਿਣ ਲੱਗਾ ਕਿ ਨਹੀਂ, ਮੇਰਾ ਤਾਂ ਇਸ਼ਨਾਨ ਦਾ ਵਕਤ ਹੈ, ਮੈਂ ਨਹੀਂ ਜਾ ਸਕਦਾ। ਕਿਸੇ ਨੇ ਕਿਹਾ ਕਿ ਮੇਰੇ ਸੂਰਜ ਡੁੱਬਣ ਦਾ ਵਕਤ ਹੈ, ਮੈਂ ਪ੍ਰਾਰਥਨਾ ਕਰ ਰਿਹਾ। ਕਿਸੇ ਨੇ ਕਿਹਾ ਮੈਂ ਆਰਤੀ ਕਰ ਰਿਹਾ, ਕਿਸੇ ਨੇ ਕਿਹਾ ਮੈਂ ਕੁਝ ਕਰ ਰਿਹਾ। ਕੋਈ ਉਸ ਦੇ ਨਾਲ ਨਹੀਂ ਗਿਆ। ਆਖਰ ਉਹ ਦੌੜ ਕੇ ਉਸ ਜਗ੍ਹਾ ਉੱਪਰ ਪਹੁੰਚਿਆ ਜਿਸ ਜਗ੍ਹਾ ਤੋਂ ਚੀਖ ਦੀ, ਰੋਣ ਦੀ, ਕੁਰਲਾਣ ਦੀ ਆਵਾਜ਼ ਆ ਰਹੀ ਸੀ। ਉਸ ਨੇ ਦੇਖਿਆ ਕਿ ਇੱਕ ਬਿਰਧ ਮਾਤਾ ਚੀਖ ਰਹੀ ਹੈ ਔਰ ਉਸ ਦੇ ਬੱਚੇ ਨੂੰ, ਇੱਕੋ ਇੱਕ ਉਸ ਦਾ ਬੱਚਾ ਹੈ, 10 ਜਾਂ 11 ਵਰ੍ਹਿਆਂ ਦਾ, ਉਸ ਨੂੰ ਸੂਲ ਪਈ ਹੋਈ ਹੈ। ਉਹ ਤੜਫ ਰਿਹਾ ਪੇਟ ਦੇ ਦਰਦ ਕਾਰਨ, ਔਰ ਕੋਈ ਉਸ ਦੀ ਮਦਦ ਕਰਨ ਵਾਲਾ ਨਹੀਂ। ਉਹ ਫਿਰ ਦੁਬਾਰਾ ਗਿਆ। ਉਸਨੇ ਪੰਡਤ ਨੂੰ, ਜਿਹੜਾ ਕਿ ਪੁਜਾਰੀ ਸੀ, ਉਸ ਨੂੰ ਬੇਨਤੀ ਕੀਤੀ ਕਿ ਇਹਨਾਂ ਤੇਰੇ ਪਾਸ ਚੜਾਵਾ ਆਇਆ ਹੈ, ਇਸ ਨੂੰ ਲੈ ਕੇ ਚੱਲ, ਕੋਈ ਦਵਾ ਆਦਿ ਕਰੀਏ। ਉਹ ਕਹਿਣ ਲੱਗਾ ਇਹ ਚੜਾਵਾ ਸੇਵਾ ਲਈ ਹੈ। ਹੁਣ ਉਹ ਕਿਹੜੀ ਸੇਵਾ ਕਰਨਾ ਚਾਹੁੰਦਾ ਹੈ?
ਆਖਰ ਥੱਕ ਹਾਰ ਕੇ ਜਦੋਂ ਸਾਰਿਆਂ ਨੇ ਉਸ ਦੀ ਗੱਲ ਨਾ ਮੰਨੀ ਤਾਂ ਫਿਰ ਵਾਪਸ ਗਿਆ। ਇੱਕ ਵੈਦ ਦਾ ਦਰਵਾਜ਼ਾ ਖੜਕਾਇਆ। ਵੈਦ ਬਗੈਰ ਪੈਸੇ ਲਏ ਆਉਣ ਲਈ ਤਿਆਰ ਨਹੀਂ ਸੀ। ਉਸ ਨੇ ਕੀ ਕੀਤਾ? ਉਸ ਨੇ ਉਹ ਰੰਬੇ, ਉਹ ਖੁਰਪੇ ਜਿਨ੍ਹਾਂ ਦੇ ਨਾਲ ਉਹ ਘਾਹ ਕੱਟਿਆ ਕਰਦਾ ਸੀ ਉਹ ਵੇਚ ਦਿੱਤੇ। ਜਿੰਨਾ ਵੀ ਘਾਹ ਸੀ ਉਹ ਸਾਰੇ ਦਾ ਸਾਰਾ ਵੇਚ ਦਿੱਤਾ। ਉਸ ਵੈਦ ਦੀ ਫੀਸ ਭਰੀ, ਵੈਦ ਨੂੰ ਲੈ ਕੇ ਗਿਆ। ਵੈਦ ਨੇ ਕਿਹਾ ਠੀਕ ਹੋ ਜਾਏਗਾ। ਹੁਣ ਦਵਾਈ ਵੈਦ ਨੇ ਲਿਖ ਦਿੱਤੀ। ਹੁਣ ਦਵਾਈ ਲੈਣ ਲਈ ਪੈਸੇ ਨਹੀਂ। ਉਸ ਨੇ ਜਿਹੜੀਆਂ ਬੋਰੀਆਂ ਦੇ ਵਿੱਚ ਘਾਹ ਭਰਿਆ ਕਰਦਾ ਸੀ ਉਹ ਬੋਰੀਆਂ ਵੀ ਵੇਚ ਦਿੱਤੀਆਂ, ਔਰ ਇੱਥੋਂ ਤੱਕ ਕਿ ਜਿਸ ਜਗ੍ਹਾ ਉੱਪਰ ਘਾਹ ਸਟੋਰ ਕਰਿਆ ਕਰਦਾ ਸੀ ਉਹ ਜਗ੍ਹਾ ਵੀ ਵੇਚ ਦਿੱਤੀ ਤਾਂ ਕਿ ਦਵਾਈ ਲੈ ਸਕੇ। ਉਸ ਨੇ ਸਭ ਕੁਝ ਵੇਚ ਵਟਾ ਕੇ ਦਵਾਈ ਖਰੀਦੀ ਔਰ ਉਸ ਬੱਚੇ ਨੂੰ ਦਵਾਈ ਪਿਆਈ। ਬੱਚਾ ਠੀਕ ਹੋ ਗਿਆ। ਹਰ ਕੋਈ ਕਹਿ ਰਿਹਾ ਸੀ ਕਿ ਮੈਂ ਤੀਰਥ ਇਸ਼ਨਾਨ ਕਰਨ ਆਇਆ, ਕੋਈ ਦਾਨ ਕਰਨ ਆਇਆ ਸੀ, ਕੋਈ ਵਰਤ ਕਰਨ ਆਇਆ ਸੀ। ਲੇਕਿਨ ਦਾਨ ਧਰਮ ਜੋ ਸਤਿਗੁਰ ਨੇ ਅੱਗੇ ਚੱਲ ਕੇ ਗੱਲ ਸਾਨੂੰ ਸਮਝਾਈ ਹੈ, ਸੋ ਜਪ ਸੋ ਤਪ ਸਾ ਵਰਤ ਸਾ ਪੂਜਾ। ਕਿਹੜੀ ਜਪ, ਕਿਹੜਾ ਤਪ, ਕਿਹੜੀ ਪੂਜਾ? ਕੋਈ ਉਸ ਦੇ ਨਾਲ ਨਹੀਂ ਗਿਆ। ਕਿਸੇ ਨੇ ਕਿਹਾ ਕਿ ਮੇਰਾ ਆਰਤੀ ਦਾ ਵਕਤ ਹੈ, ਕਿਸੇ ਨੇ ਕਿਹਾ ਕਿ ਮੇਰਾ ਪੂਜਾ ਦਾ ਵਕਤ ਹੈ, ਕੋਈ ਕਹਿੰਦਾ ਮੇਰਾ ਸੂਰਜ ਡੁੱਬ ਰਿਹਾ, ਕੋਈ ਕਹਿੰਦਾ ਮੇਰਾ ਇਸ਼ਨਾਨ ਦਾ ਵਕਤ ਹੈ। ਆਖਰ ਵੈਦ ਨੇ ਵੀ ਬਗੈਰ ਪੈਸੇ ਲਏ ਉਸ ਦੇ ਨਾਲ ਚੱਲਣ ਤੋਂ ਇਨਕਾਰ ਕਰ ਦਿੱਤਾ। ਗਰੀਬ ਮਾਤਾ ਹੈ, ਕਿੱਥੋਂ ਪੈਸੇ ਲਿਆਏਗੀ? ਉਸ ਨੇ ਸਭ ਕੁਝ ਆਪਣਾ ਦੇ ਦਿੱਤਾ, ਇਲਾਜ ਕੀਤਾ। ਜੋ ਅਸਲ ਧਰਮ ਸੀ ਮਨੁੱਖਤਾ ਦਾ, ਉਹ ਧਰਮ ਨਿਭਾਇਆ। ਔਰ ਉਹ ਸਤਿਪੁਰਖ ਉਸ ਨੂੰ ਕਹਿਣ ਲੱਗਾ ਕਿ ਉਸ ਵਕਤ ਤੇਰੀ ਮੁਕਤੀ ਹੋ ਜਾਣੀ ਸੀ, ਕਿਉਂਕਿ ਤੂੰ ਕਰਮ ਹੀ ਐਸਾ ਕਰ ਦਿੱਤਾ ਸੀ। ਤੂੰ ਸਮਝ ਗਿਆ ਸੀ ਧਰਮ ਨੂੰ ਕਿ ਇਸ਼ਨਾਨ ਸਰੀਰ ਦਾ ਧਰਮ ਨਹੀਂ ਹੈ, ਪੱਥਰ ਨੂੰ ਪੂਜਣਾ ਧਰਮ ਨਹੀਂ ਹੈ, ਅਥਾਣਾ ਲੈ ਕੇ ਆਰਤੀਆਂ ਉਤਾਰਨੀਆਂ ਕੋਈ ਧਰਮ ਨਹੀਂ ਹੈ। ਇਹ ਸਭ ਕਰਮ ਕਾਂਡ ਹੈ। ਤੇਰੀ ਉਸ ਵਕਤ ਮੁਕਤੀ ਹੋ ਜਾਣੀ ਸੀ। ਲੇਕਿਨ ਉਸ ਬਿਰਧ ਮਾਤਾ ਨੇ ਤੈਨੂੰ ਅਸੀਸ ਦਿੱਤੀ ਕਿ ਪੁੱਤਰ ਤੂੰ ਰਾਜ ਕਰੀ। ਉਸ ਦੇ ਮਨ ਚੋਂ ਅਸੀਸ ਨਿਕਲੀ ਕਿ ਬੇਟਾ ਤੂੰ ਰਾਜ ਕਰੀ, ਮੇਰੇ ਪੁੱਤਰ ਨੂੰ ਤੂੰ ਠੀਕ ਕੀਤਾ, ਰਾਜ ਕਰੀ ਤੂੰ। ਔਰ ਕਿਉਂਕਿ ਤੂੰ ਗਰੀਬ ਘਾਹ ਕੱਟਣ ਵਾਲਾ ਸੀ, ਤੇਰੇ ਮਨ ਵਿੱਚ ਜਗਿਆ ਕਿ ਕੀ ਮੈਨੂੰ ਵੀ ਰਾਜ ਮਿਲ ਸਕਦਾ, ਕਿ ਮੈਂ ਵੀ ਰਾਜਾ ਬਣ ਸਕਦਾ। ਬਸ ਉਸ ਇੱਛਾ ਨੇ ਤੈਨੂੰ ਰਾਜਾ ਬਣਾ ਦਿੱਤਾ। ਅਗਰ ਤੂੰ ਉਸ ਵਕਤ ਇੱਛਾ ਨਾ ਕਰਦਾ ਤਾਂ ਤੇਰੀ ਮੁਕਤੀ ਉਸ ਵਕਤ ਹੋ ਜਾਣੀ ਸੀ। ਹੁਣ ਤੈਨੂੰ ਉਹ ਮਿਲਿਆ ਜੋ ਤੇਰੀ ਇੱਛਾ ਸੀ। ਮਨੁੱਖ ਨੂੰ ਅਗਰ ਉਹ, ਸਤਿਗੁਰ ਕਹਿੰਦੇ ਜੋ ਇੱਛਾ ਸੋਈ ਫਲ ਪਾਵੇ, ਬਿਲਕੁਲ ਮਿਲੇਗਾ, 100% ਮਿਲੇਗਾ। ਲੇਕਿਨ ਗੁਰਮੁਖ ਇੱਛਾ ਕਰੇਗਾ ਹੀ ਨਹੀਂ, ਕਿਉਂਕਿ ਜਿਸ ਨੇ ਧਿਆ ਲਿਆ ਪਰਮਾਤਮਾ ਨੂੰ, ਜਿਸ ਨੇ ਅਕਾਲ ਪੁਰਖ ਵੱਲ ਧਿਆਨ ਦੇ ਦਿੱਤਾ, ਧਿਆਨ ਅਕਾਲ ਪੁਰਖ ਵੱਲ ਲਗਾਏ ਜਾਣ ਦੀ ਕਿਰਿਆ ਹੀ ਹੋਈ ਹੈ ਕਿ ਆਪਣੀਆਂ ਇੱਛਾਵਾਂ ਦਾ ਉਸਨੇ ਸਮਰਪਣ ਕਰ ਦਿੱਤਾ। ਮੇਰੀ ਕੋਈ ਇੱਛਾ ਨਹੀਂ, ਬਸ ਮੈਂ ਸਿਰਫ ਅਰਦਾਸ ਕਰਨੀ ਤੇਰੇ ਅੱਗੇ, ਉਸ ਤੋਂ ਬਾਅਦ ਤੇਰੀ ਇੱਛਾ। ਮੈਂ ਗਿਲਾ ਨਹੀਂ ਕਰਨਾ, ਸ਼ਿਕਵਾ ਨਹੀਂ ਕਰਨਾ ਕਿ ਮੈਂ ਤਾਂ ਅਰਦਾਸ ਕੀਤੀ ਸੀ, ਮੇਰੀ ਅਰਦਾਸ ਤਾਂ ਪ੍ਰਵਾਨ ਨਹੀਂ ਹੋਈ। ਲੋਕ ਤਾਂ ਇਹ ਸਮਝ ਲੈਂਦੇ ਨੇ ਕਿ ਸ਼ਾਇਦ ਜਿਹੜੀ ਚੀਜ਼ ਮੈਂ ਅਰਦਾਸ ਵਿੱਚ ਮੰਗੀ ਸੀ ਉਹ ਨਹੀਂ ਮਿਲੀ, ਇਸ ਕਰਕੇ ਮੇਰੀ ਇੱਛਾ ਪ੍ਰਵਾਨ ਨਹੀਂ ਹੋਈ, ਮੇਰੀ ਅਰਦਾਸ ਹੀ ਪ੍ਰਵਾਨ ਨਹੀਂ ਹੋਈ। ਸੁਣਨ ਵਾਲਾ ਪ੍ਰਵਾਨ ਕਰਦਾ ਹੈ, ਜੋ ਇੱਛੇ ਸੋਈ ਫਲ ਪਾਵੇ। ਸਤਿਗੁਰ ਅਗਲੀ ਪਾਵਨ ਪੰਕਤੀ ਵਿੱਚ ਕਹਿੰਦੇ ਨੇ, ਫਿਰ ਦੁੱਖ ਨਾ ਲੱਗੇ ਆਏ। ਦੁਨਿਆਵੀ ਇੱਛਾਵਾਂ ਦੇ ਨਾਲ ਦੁੱਖ ਹੈ। ਅਕਾਲ ਪੁਰਖ ਦੀ ਪ੍ਰਾਪਤੀ ਤੋਂ ਬਾਅਦ ਆਪਣੀਆਂ ਇੱਛਾਵਾਂ ਜਦੋਂ ਸਮਰਪਿਤ ਹੋ ਗਈਆਂ, ਜਦੋਂ ਇੱਛਾ ਰਹੀ ਨਹੀਂ ਕੋਈ, ਜਦੋਂ ਉਸ ਦੇ ਨਾਮ ਦਾ ਫਲ ਮਿਲ ਗਿਆ, ਤਾਂ ਫਿਰ ਦੁੱਖ ਕਾਹਦਾ? ਲੇਕਿਨ ਦੁੱਖ ਫਿਰ ਵੀ ਹੋਵੇਗਾ। ਗੱਲ ਇੱਥੇ ਫਿਰ ਵੀ ਆਪਾਂ ਹੀ ਸਮਝਣੀ ਹੈ ਕਿ ਦੁੱਖ ਨਹੀਂ ਹੋਵੇਗਾ। ਸਤਿਗੁਰ ਨੇ ਐਸਾ ਨਹੀਂ ਕਿਹਾ ਹਾਂ ਦੁੱਖ ਨਾ ਲਾਗੇ ਆਏ। ਜਿਵੇਂ ਕੱਲ ਵੀ ਪਰਸਨ ਦੀ ਗੱਲ ਕੀਤੀ ਸੀ, ਵਿਆਪਣ ਦੀ ਗੱਲ ਕੀਤੀ ਸੀ ਕਿ ਦੁੱਖ ਹੋਵੇਗਾ ਨਹੀਂ। ਸਤਿਗੁਰ ਨੇ ਕਿਤੇ ਲਾਰਾ ਨਹੀਂ ਲਾਇਆ, ਲੱਗੇਗਾ ਨਹੀਂ, ਵਿਆਪੇਗਾ ਨਹੀਂ। ਇਹ ਨਹੀਂ ਕਿਹਾ ਪਾਤਸ਼ਾਹ ਨੇ ਕਿ ਹੋਏਗਾ ਨਹੀਂ, ਹੋਏਗਾ, 100% ਹੋਏਗਾ। ਆਖਰ ਸਰੀਰਕ ਸੰਸਾਰ ਹੈ, ਸੰਸਾਰ ਦੇ ਵਿੱਚ ਸਰੀਰ ਹੈ, ਸਰੀਰ ਦੇ ਨਾਲ ਦੁੱਖ ਵੀ ਹੈ, ਸੁੱਖ ਵੀ ਹੈ, ਰੋਗ ਵੀ ਹੈ, ਸੋਗ ਵੀ ਹੈ, ਸਭ ਕੁਝ ਹੈ, ਵਿਛੋੜਾ ਵੀ ਹੈ, ਮਿਲਨ ਵੀ ਹੈ, ਕਿਤੇ ਕੋਈ ਜਨਮ ਰਿਹਾ, ਕਿਤੇ ਕੋਈ ਵਿਛੜ ਰਿਹਾ। ਇਹ ਸੰਸਾਰ ਦਾ ਕਰਮ ਹੈ ਔਰ ਇਸ ਕਰਮ ਦੇ ਵਿੱਚ ਸੰਸਾਰ ਚੱਲ ਰਿਹਾ, ਜਿਸ ਨੂੰ ਸਤਿਗੁਰੂ ਜੀ ਗੁਰੂ ਤੇਗ ਬਹਾਦਰ ਮਹਾਰਾਜ ਵਿਵਹਾਰ ਕਹਿੰਦੇ ਨੇ। ਜੀਵਤ ਕੋ ਵਿਵਹਾਰ ਬਣਿਓ ਹੈ, ਇਹ ਵਿਵਹਾਰ ਹੈ। ਕੋਈ ਆ ਰਿਹਾ, ਕੋਈ ਜਾ ਰਿਹਾ, ਆਣਾ ਜਾਣਾ ਲੱਗਾ ਹੀ ਰਹੇਗਾ। ਔਰ ਇਸ ਆਣੇ ਜਾਣੇ ਦੇ ਵਿੱਚ ਮਨੁੱਖ ਜੇ ਧਰਮ ਨੂੰ ਸਮਝ ਗਿਆ ਤਾਂ ਆਣਾ ਜਾਣਾ ਮੁੱਕ ਜਾਏਗਾ। ਗੱਲ ਬੜੀ ਸਪਸ਼ਟ ਹੈ। ਮੁੱਕ ਗਿਆ ਆਣਾ ਜਾਣਾ ਤਾਂ ਮੁਕਤੀ ਹੈ, ਮੁੱਕਣ ਤੋਂ ਬਾਅਦ ਹੀ ਮੁਕਤੀ ਹੈ। ਪਹਿਲੇ ਤਾਂ ਜੇ ਸਰੀਰ, ਬਾਬਾ ਕਬੀਰ ਨੇ ਕਿਹਾ। ਹੁਣ ਸਤਿਗੁਰ ਜਿਹੜੀ ਗੱਲ ਸਪਸ਼ਟ ਕਰਦੇ ਨੇ, ਇਹ ਗੱਲ ਸਮਝਾਉਣ ਤੋਂ ਬਾਅਦ ਹੁਣ ਪਾਤਸ਼ਾਹ ਕਹਿੰਦੇ, ਸੋ ਜਪ ਸੋ ਤਪ ਸਾ ਬਰਤ ਪੂਜਾ। ਜਪ ਤਪ ਬਰਤ ਪੂਜਾ,
ਧਰਮ ਦੀਆਂ ਕਿਰਿਆਵਾਂ ਨੇ, ਅਗਰ ਮਨੁੱਖ ਸਮਝ ਸਕੇ ਤਾਂ। ਲੇਕਿਨ ਜਿਸ ਜਪ ਨੂੰ ਮਨੁੱਖ ਨੇ ਕੀਤਾ ਹੈ, ਜਿਸ ਤਪ ਨੂੰ, ਜਿਸ ਵਰਤ ਨੂੰ, ਜਿਸ ਪੂਜਾ ਨੂੰ ਮਨੁੱਖ ਨੇ ਕੀਤਾ ਹੈ, ਉਹ ਕਰਮ ਕਾਂਡ ਹੋ ਕੇ ਰਹਿ ਗਿਆ, ਧਰਮ ਨਹੀਂ ਬਣ ਸਕਿਆ। ਮਨੁੱਖ ਨੇ ਕਿਹੜੀ ਜਪਨਾ ਕੀਤੀ? ਹੁਣ ਜਪ ਹੈ ਕੀ, ਤਪ ਹੈ ਕੀ, ਵਰਤ ਹੈ ਕੀ, ਥੋੜਾ ਜਿਹਾ ਆਪਾਂ ਸਮਝ ਲਈਏ। ਜਪ ਜਪਣ ਦੀ ਇੱਕ ਕਿਰਿਆ ਹੈ ਜਦੋਂ ਮਨ ਕਰਕੇ ਮਨੁੱਖ ਕਿਸੇ ਚੀਜ਼ ਨੂੰ ਬਾਰ-ਬਾਰ ਦੁਹਰਾਉਂਦਾ ਹੈ। ਸਤਿਗੁਰ ਨੇ ਕਿਹਾ ਅਸੰਖ ਜਪ ਅਸੰਖ ਪਾਓ, ਇਹ ਜਪਜੀ ਦੀ ਬਾਣੀ ਹੈ। ਲੇਕਿਨ ਪਾਤਸ਼ਾਹ ਨੇ ਜਦੋਂ ਜਪਜੀ ਦੀ ਬਾਣੀ ਲਿਖੀ ਹੈ ਤਾਂ ਜਪ ਬਾਣੀ ਦੇ ਉੱਤੇ ਪੱਪੇ ਦੇ ਥੱਲੇ ਔਂਕੜ ਪਾ ਦਿੱਤੀ ਹੈ। ਲੇਕਿਨ ਜਦੋਂ ਅਸੰਖ ਜਪ ਲਿਖਿਆ ਉਹ ਉਸ ਵਕਤ ਔਂਕੜ ਨਹੀਂ ਹੈ, ਕਿਉਂਕਿ ਜਪ ਦਾ ਸੰਬੰਧ ਅਸੰਖ ਦੇ ਨਾਲ ਸਤਿਗੁਰ ਇਸ ਕਰਕੇ ਜੋੜ ਕੇ ਸਮਝਾ ਰਹੇ ਨੇ ਕਿ ਅਸਲ ਮਨੁੱਖ ਨੇ ਜਿਹੜਾ ਜਪ ਕਰਨਾ ਉਹ ਇੱਕ ਦਾ ਕਰਨਾ ਹੈ, ਲੇਕਿਨ ਇੱਕ ਦਾ ਜਪ, ਇੱਕ ਦਾ ਧਿਆਨ, ਉਹ ਅਸਲ ਜਪ ਹੈ। ਲੇਕਿਨ ਪਾਤਸ਼ਾਹ ਪੰਜਵੇਂ ਮਾਜ ਰਾਗ ਦੇ ਵਿੱਚ ਕਹਿੰਦੇ ਨੇ ਅਨਕ ਬਰਖ ਕੀਏ ਜਪ ਤਾਪਾ। ਕਈ ਲੋਕ ਅਨੇਕਾਂ ਹੀ ਕਿਸਮ ਦੇ ਜਪ ਕਰਦੇ ਨੇ, ਜਦ ਕਿ ਜਪ ਤਾਂ ਹੈ ਹੀ ਇੱਕ ਕਿਸਮ ਦਾ। ਗੁਰਮੁਖ ਕਿਸ ਕਿਸਮ ਦਾ ਜਪ ਕਰਦਾ? ਪਾਤਸ਼ਾਹ ਤੀਜੇ ਸ੍ਰੀ ਰਾਗ ਦੇ ਵਿੱਚ ਕਹਿੰਦੇ ਨੇ ਕਿ ਗੁਰਮੁਖ ਜਪ ਤਪ ਸੰਜਮੀ ਹਰ ਕੇ ਨਾਮ ਪਿਆਰ। ਜਦੋਂ ਇੱਕ ਅਕਾਲ ਪੁਰਖ ਦੇ ਵੱਲ ਧਿਆਨ ਜੁੜਦਾ, ਗੁਰਮੁਖ ਦਾ ਜਿਹੜਾ ਜਪ ਹੈ ਉਹ ਸ਼ੁਰੂ ਹੋ ਜਾਂਦਾ ਹੈ। ਬਾਬਾ ਨਾਮਦੇਵ ਜੀ ਨੇ ਜਪਦਿਆਂ ਹੋਇਆਂ, ਤਪਦਿਆਂ ਹੋਇਆਂ, ਜਿਸ ਨੂੰ ਜਪ ਦਾ ਸਾਧਨ ਨਹੀਂ ਪਤਾ ਲੱਗਾ, ਉਸ ਨੂੰ ਜਪਹੀਨ, ਤਪਹੀਨ, ਕੁਲਹੀਨ, ਕਰਮਹੀਨ ਤੱਕ ਕਹਿ ਦਿੱਤਾ ਹੈ। ਜਿਹੜੇ ਸੰਸਕ੍ਰਿਤ ਦੇ ਵੇਦਾਂਤ ਗ੍ਰੰਥ ਨੇ ਉਹਨਾਂ ਦੇ ਵਿੱਚ ਜਪ 3 ਤਰ੍ਹਾਂ ਦਾ ਲਿਖਿਆ ਹੋਇਆ ਹੈ। ਪਹਿਲਾ ਜਪ ਵਾਚਕ ਹੈ। ਵਾਚਕ ਜਪ ਸਪਸ਼ਟ ਰੂਪ ਦੇ ਵਿੱਚ ਉੱਚੀ ਉੱਚੀ ਮਨੁੱਖ ਜਿਹੜਾ ਹੈ ਨਾ, ਜਿਸ ਵਕਤ ਕਿਸੇ ਨਾਮ ਨੂੰ ਪੁਕਾਰਦਾ ਹੈ, ਉਸ ਵਕਤ ਜਿਹੜੇ ਲੋਕ ਸੁਣ ਰਹੇ ਹੁੰਦੇ ਨੇ ਉਹਨਾਂ ਨੂੰ ਸਪਸ਼ਟ ਸਮਝ ਲੱਗਦਾ ਹੈ, ਉਸ ਨੂੰ ਵੇਦਾਂਤ ਗ੍ਰੰਥਾਂ ਦੇ ਵਿੱਚ ਵਾਚਕ ਕਿਹਾ ਗਿਆ ਹੈ। ਦੂਸਰਾ ਜਪ ਉਪਾਂਸ਼ੂ ਹੈ, ਜੋ ਹੋਠਾਂ ਦੇ ਅੰਦਰ, ਬੁੱਲਾਂ ਦੇ ਅੰਦਰ ਬਹੁਤ ਧੀਮੀ ਆਵਾਜ਼ ਦੇ ਨਾਲ, ਬਹੁਤ ਹੌਲੀ ਆਵਾਜ਼ ਦੇ ਨਾਲ, ਜਿਸ ਨੂੰ ਪਾਸ ਬੈਠਿਆ ਵੀ ਮਨੁੱਖ ਨਹੀਂ ਸਮਝ ਸਕਦਾ। ਤੀਸਰਾ ਜਪ ਮਾਨਸ ਜਪ ਹੈ, ਜੋ ਮਨ ਦੇ ਵਿੱਚ ਚਿੰਤਨ ਕੀਤਾ ਜਾਂਦਾ ਹੈ। ਤਤ ਸ਼ਾਸਤਰ ਦੇ ਮੁਤਾਬਕ ਮੰਤਰਾਂ ਦੇ ਜਪ ਦੀ ਗਿਣਤੀ ਵੀ 3 ਹੈ, ਲੇਕਿਨ ਆਪਾਂ ਇਹਨਾਂ ਚੱਕਰਾਂ 'ਚ ਨਹੀਂ ਪੈਣਾ। ਸਤਿਗੁਰ ਨੇ ਜਿਹੜਾ ਜਪ ਸਾਨੂੰ ਸਮਝਾਇਆ ਹੈ ਉਹ ਕੇਵਲ ਇੱਕੋ ਹੀ ਹੈ, ਇੱਕ ਅਕਾਲ ਪੁਰਖ ਦੀ ਆਰਾਧਨਾ। ਹੁਣ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੇ ਵਿੱਚ ਸਤਿਗੁਰ ਨੇ ਜਪ ਕਿਸ ਨੂੰ ਕਿਹਾ ਹੈ? ਸੋ ਜਪ। ਕਿਹੜਾ ਜਪ? ਹੁਣ ਪਾਤਸ਼ਾਹ ਕਹਿੰਦੇ ਸੋ ਤਪ। ਹੁਣ ਕਿਹੜਾ ਤਪ? ਥੋੜਾ ਜਿਹਾ ਆਪਾਂ ਤਪ ਨੂੰ ਵੀ ਦੇਖ ਲਈਏ ਕਿ ਤਪ ਕੀ ਹੈ। ਤਪ ਇੱਕ ਤਪੱਸਿਆ ਹੈ, ਕਰੜੀ ਘਾਲਣਾ ਜਿਹਨੂੰ ਆਪਾਂ ਕਹਿੰਦੇ ਹਾਂ। ਹੁਣ ਉਸ ਕਰੜੀ ਘਾਲਣਾ ਦੇ ਵਿੱਚ ਹੁੰਦਾ ਕੀ ਹੈ? ਜਿਸ ਵਕਤ ਮਨੁੱਖ ਧੂਣੀਆਂ ਬਾਲਦਾ ਹੈ, ਆਪਣੇ ਸਰੀਰ ਨੂੰ ਤਪਾਉਂਦਾ ਹੈ। ਇਸੇ ਕਰਕੇ ਜਦੋਂ ਸਰੀਰ ਤਪਦਾ ਹੈ ਤਾਂ ਆਪਾਂ ਤਾਪ ਚੜਿਆ ਹੋਇਆ ਵੀ ਕਹਿੰਦੇ ਇਹ ਤਾਪ ਉਹੀ ਤਪ ਹੈ। ਔਰ ਪਾਤਸ਼ਾਹ ਨੇ ਜਪਜੀ ਸਾਹਿਬ ਜੀ ਦੇ ਵਿੱਚ ਕਿਹਾ ਅਸੰਖ ਪੂਜਾ ਅਸੰਖ ਤਪ ਤਾਓ। ਔਰ ਪਾਤਸ਼ਾਹ ਚੌਥੇ ਜਦੋਂ ਆਪਾਂ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੇ ਹਾਂ ਸ਼ਾਮੀ, ਤੇ ਸਤਿਗੁਰ ਕਹਿੰਦੇ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ। ਆਸਾ ਰਾਗ ਦੇ ਵਿੱਚ ਬਾਬਾ ਕਬੀਰ ਜੀ ਨੇ ਕਿਹਾ 12 ਬਰਸ ਬਾਲਪਨ ਬੀਤੇ 20 ਬਰਸ ਕਛੁ ਤਪ ਨਾ ਕੀਓ। ਹੁਣ ਉੱਥੇ ਵੀ ਤਪ ਦੇ ਪੱਪੇ ਥੱਲੇ ਔਂਕੜ ਹੈ, ਭਾਵ ਕਿਸ ਕਿਸਮ ਦਾ ਤਪ? ਤੀਰਥ ਤਪ ਦਿਆ ਦਤ ਦਾਨ। ਜਪਜੀ ਸਾਹਿਬ ਜੀ ਆਪਾਂ ਪਾਠ ਕਰਦੇ ਹਾਂ। ਤਪ ਇੱਕ ਕਰੜੀ ਘਾਲਣਾ ਹੈ, ਇੱਕ ਤਪੱਸਿਆ ਹੈ, ਜਿੱਥੇ ਧੂਣੀਆਂ ਬਾਲ ਕੇ ਗਰਮੀ ਦੇ ਵਿੱਚ ਬੈਠ ਕੇ ਪਸੀਨੋ ਪਸੀਨੀ ਹੋ ਕੇ ਧਿਆਨ ਜੋੜਨ ਦੀ ਕਿਰਿਆ। ਲੇਕਿਨ ਕੀ ਇਹ ਤਪ ਗੁਰਮਤ ਵਿੱਚ ਪ੍ਰਵਾਨ ਹੈ, ਜਿਸ ਨੂੰ ਸਰੀਰ ਨੂੰ ਤਪਾਉਣ ਵਾਲਾ ਵਰਤ ਵੀ ਕਿਹਾ ਜਾਂਦਾ ਹੈ? ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ। ਲੇਕਿਨ ਸਤਿਗੁਰ ਨੇ ਕਿਹੜਾ ਸਾਨੂੰ ਤਪ ਦਿੱਤਾ ਹੈ? ਸਾ ਜਪ ਸੋ ਤਪ, ਖਿਮਾ ਕਰਨੀ, ਸੋ ਜਪ ਸੋ ਤਪ ਸਾ ਬਰਤ ਪੂਜਾ। ਹੁਣ ਬਰਤ ਕੀ ਹੈ? ਦੁਨਿਆਵੀ ਤੌਰ ਪਰ ਵਰਤ ਭੁੱਖੇ ਰਹਿਣ ਦੀ ਇੱਕ ਕਿਰਿਆ ਹੈ। ਜਦੋਂ ਮਨੁੱਖ ਭੁੱਖਾ ਰਹਿੰਦਾ ਹੈ, ਭੁੱਖੇ ਰਹਿਣ ਤੋਂ ਮਨਾਹੀ ਨਹੀਂ ਹੈ। ਅਗਰ ਮਨੁੱਖ
ਕਿਉਂਕਿ ਸਤਿਗੁਰ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ, ਥੋੜਾ ਸਮੇਂ ਥੋੜਾ ਹੀ ਖਾਵੇ, ਅਲਪ ਆਹਾਰ ਸੁਲਭ ਸੀ ਨਿੰਦਰਾ, ਦਇਆ ਚੀ ਮਾਤਨ ਪ੍ਰੀਤ। ਲੇਕਿਨ ਇੱਕ ਮਨੁੱਖ ਐਸਾ ਮਨੁੱਖ ਹੈ ਜਿਹੜਾ ਕਿਸੇ ਦਿਨ ਤਿਉਹਾਰ ਨੂੰ ਧਰ ਕੇ ਵਰਤ ਰੱਖਦਾ ਹੈ। ਕੋਈ ਇਕਾਦਸ਼ੀ ਦਾ ਵਰਤ ਰੱਖ ਰਿਹਾ, ਕੋਈ ਦੁਆਦਸ਼ੀ ਦਾ ਵਰਤ ਰੱਖ ਰਿਹਾ, ਕੋਈ ਨੌਮੀ ਦਾ ਵਰਤ ਰੱਖ ਰਿਹਾ। ਸਤਿਗੁਰਾਂ ਨੇ ਗੁਰਮਤਿ ਦੇ ਵਿੱਚ ਇਹਨਾਂ ਸਾਰੀਆਂ ਵਰਤਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਕੰਡਮ ਕੀਤਾ ਹੈ। ਲੇਕਿਨ ਗੁਰਸਿੱਖ ਨੇ ਇੱਕ ਐਸਾ ਵਰਤ ਰੱਖਣਾ ਹੈ ਜਿਹੜਾ ਵਰਤ 24 ਘੰਟੇ ਚੱਲੇ, ਕਿਉਂਕਿ ਗੁਰਸਿੱਖ ਨੇ ਉਹੀ ਕਰਮ ਕਰਨਾ ਜਿਹੜਾ ਹਰ ਵਕਤ ਹੀ ਚੱਲੇ। ਇਸ ਕਰਕੇ ਗੁਰਸਿੱਖ ਦਾ ਦਾਨ, ਇਸ਼ਨਾਨ, ਗਿਆਨ, ਇਹ ਸਭ ਹਰ ਵਕਤ ਚੱਲਣ ਵਾਲੀਆਂ ਕਿਰਿਆਵਾਂ ਨੇ। ਗੁਰਸਿੱਖ ਜਾਂ ਸਿੱਖ ਕਿਸੇ ਦਿਨ ਤਿਉਹਾਰ ਨੂੰ ਮਿੱਥ ਕੇ ਵਰਤ ਨਹੀਂ ਰੱਖਦਾ, ਵਰਤ ਰੱਖਦਾ ਹੈ ਗੁਰਸਿੱਖ। ਦਿਨ ਤਿਉਹਾਰ ਨੂੰ ਮਿੱਥ ਕੇ ਤੀਰਥ ਨਹੀਂ ਕਰਦਾ, ਤੀਰਥ ਕਰਦਾ ਹੈ ਗੁਰਸਿੱਖ। ਲੇਕਿਨ ਕਿਸ ਤਰ੍ਹਾਂ ਦਾ ਤੀਰਥ ਕਰਦਾ ਹੈ? ਪਹਿਲਾ ਵਰਤ ਸੱਚ ਵਰਤ, ਉਹ ਸੱਚ ਦਾ ਵਰਤ ਕਰਦਾ ਹੈ। ਹੁਣ ਜਿਸ ਮਨੁੱਖ ਨੇ ਸੱਚ ਦਾ ਵਰਤ ਕਰਨਾ ਹੈ, ਉਹਦਾ ਮਤਲਬ ਕੀ ਹੈ? ਉਹਦਾ ਮਤਲਬ ਹੈ ਕਿ ਉਹ ਭ੍ਰਿਸ਼ਟਾਚਾਰ ਦੀ ਰੋਟੀ ਨਹੀਂ ਖਾਏਗਾ, ਉਹ ਭ੍ਰਿਸ਼ਟਾਚਾਰ ਤੋਂ ਭੁੱਖਾ ਰਹੇਗਾ। ਮਨੁੱਖ ਰੋਟੀ ਨਾ ਖਾ ਕੇ ਵਰਤ ਰੱਖਦਾ, ਗੁਰਸਿੱਖ ਭ੍ਰਿਸ਼ਟਾਚਾਰ ਦੀ, ਰਿਸ਼ਵਤ ਦੀ, ਬੇਈਮਾਨੀ ਦੀ ਰੋਟੀ ਨਾ ਖਾ ਕੇ ਵਰਤ ਰੱਖਦਾ। ਇਸ ਕਰਕੇ ਉਹਦਾ ਵਰਤ ਹਮੇਸ਼ਾ ਹੀ ਚੱਲਦਾ ਹੈ, ਔਰ ਸਤਿਗੁਰੂ ਉਸ ਨੂੰ ਸੱਚ ਦਾ ਵਰਤ ਕਹਿੰਦੇ ਨੇ। ਸੰਤੋਖ ਤੀਰਥ, ਗਿਆਨ ਧਿਆਨ ਇਸਨਾਨ। ਸਿੱਖ ਦੇਵਤਾ ਵੀ ਪੂਜਦਾ, ਦਇਆ ਦੇਵਤਾ। ਜਿਸ ਦੇ ਮਨ ਅੰਦਰ ਦਇਆ ਹੈ, ਸਮਝੋ ਦਇਆ ਦਾ ਦੇਵਤਾ ਉਸ ਮਨ ਅੰਦਰ ਬੈਠਾ ਹੋਇਆ। ਸਿੱਖ ਜਪਮਾਲੀ ਵੀ ਪਕੜਦਾ ਹੈ, ਲੇਕਿਨ ਮੋਤੀਆਂ ਵਾਲੀ ਜਪਮਾਲੀ ਨਹੀਂ, ਜਾਂ ਮਣਕਿਆਂ ਵਾਲੀ ਜਪਮਾਲੀ ਨਹੀਂ, ਵਿਖਾਵਾ ਨਹੀਂ ਕਰਦਾ, ਖਿਮਾ ਦੀ ਜਪਮਾਲੀ। ਲੋਕ ਜਪਮਾਲੀਆਂ ਪਕੜ ਕੇ ਵਿਖਾਵਾ ਕਰਦੇ ਨੇ, ਔਰ ਜਦੋਂ ਕਿਸੇ ਨੂੰ ਖਿਮਾ ਕਰਨ ਦੀ ਵਾਰੀ ਆਉਂਦੀ ਹੈ ਤਾਂ ਭੜਕ ਉੱਠਦੇ ਨੇ, ਮੈਂ ਮਾਫ ਕਰਦੇ ਇਹਨੂੰ, ਐਸੀ ਤੈਸੀ ਇਹਦੀ। ਖਿਮਾ ਜਪਮਾਲੀ ਸਤਿਗੁਰ ਕਹਿੰਦੇ ਤੇ ਮਾਨਸ ਪ੍ਰਧਾਨ, ਜੁਗਤ ਧੋਤੀ ਸੁਰਤ ਚੌਂਕਾ, ਤਿਲਕ ਕਰਨੀ ਹੋਏ ਭਾਉ ਭੋਜਨ ਨਾਨਕਾ, ਵਿਰਲਾ ਤੱਕ ਹੋਏ ਕੋਈ। ਇਹ ਵਿਰਲਾ ਹੈ। ਹੁਣ ਪਾਤਸ਼ਾਹ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਪਸ਼ਟ ਰੂਪ ਦੇ ਵਿੱਚ ਇੱਕ ਗੱਲ ਸਮਝਾ ਦਿੱਤੀ ਹੈ, ਕਿਉਂਕਿ ਜਿਹੜੇ ਲੋਕ ਕਰਵਾ ਚੌਥ ਦਾ ਵਰਤ ਰੱਖਦੇ ਨੇ ਚੰਦਰਮਾ ਨੂੰ ਦੇਖ ਕੇ, ਕਿਉਂਕਿ ਇਹਨਾਂ ਦਾ ਸੰਬੰਧ ਚੰਦਰਮਾ ਦੇ ਨਾਲ ਹੁੰਦਾ ਹੈ, ਇਕਾਦਸ਼ੀ ਦਾ, ਦੁਆਦਸ਼ੀ ਦਾ। ਸਤਿਗੁਰ ਦੀ ਬਾਣੀ ਹੈ, ਪਾਤਸ਼ਾਹ ਕਹਿੰਦੇ ਅਕਲ ਕਲਾ ਨ ਪਾਈਏ ਪ੍ਰਭ ਅਲਖ ਅਲੇਖੰ, ਖਟ ਦਰਸ਼ਨ ਪਰਮ ਤੇ ਫਿਰੇ ਨ ਮਿਲੀਏ ਪੇਖੰ। ਵਰਤ ਕਰੇ ਚੰਦਰਾਇਣਾ ਸੇ ਕਿਤੇ ਨ ਲੇਖੰ, ਵੇਦ ਪੜੇ ਸੰਪੂਰਨਾ ਤਤ ਸਾਰ ਨ ਪੇਖੰ। ਵਰਤ ਕਰੇ ਚੰਦਰਾਇਣਾ, ਚੰਦਰਾਇਣ ਦਾ ਮਤਲਬ ਹੈ ਚੰਦਰ ਦਾ ਵਰਤ। ਸਤਿਗੁਰ ਕਹਿੰਦੇ ਜਿਸ ਪ੍ਰਭੂ ਦਾ ਕੋਈ ਚਿੰਨ੍ਹ ਚੱਕਰ ਹੀ ਨਹੀਂ ਹੈ, ਜਿਸ ਦਾ ਸਵਰੂਪ ਬਿਆਨ ਹੀ ਨਹੀਂ ਕੀਤਾ ਜਾ ਸਕਦਾ, ਜੋ ਵੱਧਦਾ ਨਹੀਂ, ਜੋ ਘਟਦਾ ਨਹੀਂ। ਮਨੁੱਖ ਸੂਰਜ ਦੇ ਜਾਂ ਚੰਨ ਦੇ ਵਧਣ ਘਟਣ ਨਾਲ, ਚੰਨ ਜਦੋਂ ਪੂਰਾ ਹੋ ਗਿਆ ਤੇ ਪੂਰਨਮਾਸ਼ੀ ਕਰ ਲਈ, ਤੇ ਚੰਨ ਜਦੋਂ ਛੁਪ ਗਿਆ ਤਾਂ ਮੱਸਿਆ ਕਰ ਲਈ। ਚੰਨ ਨਾ ਛਪਦਾ, ਨਾ ਵੱਧਦਾ, ਨਾ ਘਟਦਾ, ਚੰਨ ਉੱਥੇ ਹੀ ਰਹਿੰਦਾ। ਉਹਦੇ ਤੇ ਰੌਸ਼ਨੀ ਜਿਹੜੀ ਪੈਂਦੀ ਉਹ ਵੱਧਦੀ ਘਟਦੀ ਰਹਿੰਦੀ ਹੈ, ਕਿਉਂਕਿ ਇਹ ਚੱਕਰ ਚੱਲ ਰਿਹਾ। ਸਾਰੇ ਆਪਾਂ ਜਾਣਦੇ ਹਾਂ ਕਿ ਆਪਸ ਦੇ ਵਿੱਚ ਤਿੰਨੋਂ ਚੱਕਰ ਕੱਟ ਰਹੇ ਨੇ ਇੱਕ ਦੂਜੇ ਦੇ ਇਰਦ ਗਿਰਦ। ਤਾਂ ਮਨੁੱਖ ਜਦੋਂ ਚੰਨ ਨੂੰ, ਜਿੰਨਾ ਉਹਨੇ ਅੱਧਾ ਚੰਨ ਨੂੰ ਦੇਖਿਆ ਤੇ ਝੰਡੇ ਤੇ ਅੱਧਾ ਛਾਪ ਦਿੱਤਾ, ਅੱਧਾ ਚੰਨ ਤਾਂ ਕਦੀ ਵੀ ਨਹੀਂ ਹੁੰਦਾ। ਹਾਂ, ਰੌਸ਼ਨੀ ਅੱਧੀ ਪਈ ਹੈ, ਚੰਨ ਤਾਂ ਉੱਥੇ ਹੀ ਹੈ, ਪੂਰਾ ਹੀ ਹੈ। ਪੂਰਾ ਨਜ਼ਰ ਆਇਆ ਤੇ ਉਹਨੇ ਪੂਰਨਮਾਸ਼ੀ ਕਹਿ ਦਿੱਤੀ, ਨਹੀਂ ਨਜ਼ਰ ਆਇਆ ਤੇ ਮੱਸਿਆ ਕਹਿ ਦਿੱਤੀ। ਲੇਕਿਨ ਜੇ ਨਹੀਂ ਨਜ਼ਰ ਆਇਆ ਤਾਂ ਮਤਲਬ ਚਲਾ ਤੇ ਨਹੀਂ ਗਿਆ। ਹੁਣ ਸੂਰਜ ਦੇ ਸਾਹਮਣੇ ਕਈ ਵਾਰੀ ਬੱਦਲ ਆ ਜਾਂਦੇ ਨੇ, ਇਹਦਾ ਮਤਲਬ ਇਹ ਤਾਂ ਨਹੀਂ ਵੀ ਬੱਦਲਾਂ ਦੇ ਓਲੇ ਜ਼ਰੂਰ ਹੋਇਆ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਸੂਰਜ ਅੱਧਾ ਹੋ ਗਿਆ, ਇਹ ਸੂਰਜ ਆਈ ਨਹੀਂ। ਗ੍ਰਹਿਣ ਕਦੀ ਨਹੀਂ ਲੱਗਦਾ ਸੂਰਜ ਨੂੰ, ਉਹਦੇ ਕਿੰਨੇ ਹਜ਼ਾਰਾਂ ਮੀਲ ਉਰਾਂ ਕੋਈ ਛਾਂ ਲੰਘਦੀ ਹੈ, ਕਿੰਨੇ ਹਜ਼ਾਰਾਂ ਮੀਲ ਉਰਾਂ ਉਹ ਲੰਘ ਰਹੀ ਹੈ ਛਾਂ, ਕਿਉਂਕਿ ਮਨੁੱਖ ਨੂੰ ਫਿਰ ਨਜ਼ਰ ਉੱਦਾਂ ਦਾ ਆਇਆ ਕਾਲਾ, ਉਹਨੇ ਕਿਹਾ ਗ੍ਰਹਿਣ ਲੱਗ ਗਿਆ। ਚੰਨ ਨੂੰ ਵੀ ਪਹਿਲਾਂ ਗ੍ਰਹਿਣ ਹੀ ਮੰਨਦੇ ਸਨ ਲੋਕ। ਆ ਜਿਹੜਾ ਉਹਦੇ ਵਿੱਚ ਕਾਲਾ ਜਿਹਾ ਨਿਸ਼ਾਨ ਹੈ ਨਾ, ਤੇ ਇਹਦੀਆਂ ਕਹਾਣੀਆਂ ਬਣਾਈਆਂ ਸਨ ਕਿ ਉਹਨੇ ਇੰਦਰ ਨੇ ਤੋੜੀਆਂ ਮਾਰਤਾ ਚੰਨ ਨੂੰ। ਹੁਣ ਅੱਜ ਮਨੁੱਖ ਜਾ ਕੇ ਦੇਖ ਆਇਆ ਵੀ ਉੱਥੇ ਪਹਾੜੀਆਂ ਨੇ ਚੰਨ ਉੱਪਰ। ਸਤਿਗੁਰ ਇਹੀ ਗੱਲ ਮਨੁੱਖ ਨੂੰ ਸਮਝਾਉਣਾ ਚਾਹੁੰਦੇ ਨੇ, ਵਰਤ ਕਰੇ ਚੰਦਰਾਇਣਾ ਸੇ ਕਿਤੇ ਨਾ ਲੇਖੰ। ਅੰਗ 1099, ਕਿਉਂਕਿ ਮੈਂ ਆਪਣੇ ਕੋਲੋਂ ਨਹੀਂ ਬਣਾ ਰਿਹਾ ਇਹ ਗੱਲਾਂ। ਵਰਤ ਕਰੇ ਚੰਦਰਾਇਣਾ ਸੇ ਕਿਤੇ ਨ ਲੇਖੰ, ਵੇਦ ਪੜੇ ਸੰਪੂਰਨਾ ਤਤ ਸਾਰ ਨ ਪੇਖੰ। ਜਿਸ ਪ੍ਰਭ ਦਾ ਕੋਈ ਚਿੰਨ੍ਹ ਨਹੀਂ ਹੈ, ਪ੍ਰਭੂ ਵੱਧਦਾ ਨਹੀਂ, ਘਟਦਾ ਨਹੀਂ,
ਸਤਿਗੁਰ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ, ਨਾ ਘਾਟ ਹੈ ਨਾ ਬਾਦ ਹੈ, ਨਾ ਘਾਟ ਬਾਦ ਹੋਤ ਹੈ। ਉਹ ਘਟਦਾ ਨਹੀਂ। ਨਾ ਘਾਟ ਹੈ ਨਾ ਬਾਦ ਹੈ, ਨਾ ਘਾਟ ਬਾਦ ਹੋਤ ਹੈ। ਘੱਟ ਬਾਦ ਹੁੰਦਾ ਵੀ ਨਹੀਂ ਹੈ। ਲੇਕਿਨ ਘਾਟ ਬਾਦ ਆਪਾਂ ਕਹਿ ਵੀ ਕਿਵੇਂ ਸਕਦੇ ਹਾਂ? ਸਤਿਗੁਰ ਕਹਿੰਦੇ ਜਦ ਪਤਾ ਹੀ ਨਹੀਂ ਕਿੰਨਾ ਵੱਡਾ ਉਹਦਾ ਚੀਰਾ ਹੈ। ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ। ਜਦ ਪਤਾ ਹੀ ਨਹੀਂ, ਜਿਹੜਾ ਜਨਮਦਾ ਹੀ ਨਹੀਂ ਮਰਦਾ ਹੀ ਨਹੀਂ, ਉਹਦੇ ਬਾਰੇ ਕੀ ਕਵਾਂਗੇ? ਨਾ ਉਹ ਮਰੇ ਨਾ ਹੋਵੇ ਸੋਗ। ਸਤਿਗੁਰ ਕਹਿੰਦੇ 6 ਭੇਖਾਂ ਦੇ ਸਾਧੂ ਵਿਅਰਥ ਭਟਕਦੇ ਫਿਰਦੇ ਨੇ। ਖਟ ਦਰਸ਼ਨ ਭਰਮਤੇ ਫਿਰੇ ਨਾ ਮਿਲੀਏ ਭੇਖੰ। ਭੇਖ ਕਰ ਕਰਕੇ ਪ੍ਰਭੂ ਭੇਖਾਂ ਦੇ ਵਿੱਚ ਨਹੀਂ ਹੈ। ਭਗਵਾ ਪਾ ਲਿਆ, ਚਿੱਟਾ ਪਾ ਲਿਆ, ਕਾਲਾ ਪਾ ਲਿਆ, ਉਹਦੇ ਨਾਲ ਕੀ ਹੋ ਜਾਏਗਾ? ਕੱਪੜਾ ਮਨੁੱਖ ਤਨ ਢਕਣ ਲਈ ਪਾਉਂਦਾ, ਸਾਦਾ ਪਾ ਲਵੇ, ਗੱਲ ਖਤਮ। ਸਤਿਗੁਰ ਕਹਿੰਦੇ ਨੇ ਕਈ ਵਿਅਕਤੀ ਚੰਦਰਾਇਣ ਵਰਤ ਰੱਖਦੇ ਨੇ, ਪਰ ਉਹਨਾਂ ਦਾ ਵੀ ਕੋਈ ਲਾਭ ਨਹੀਂ। ਵਰਤ ਕਰੇ ਚੰਦਰਾਇਣਾ ਸੇ ਕਿਤੇ ਨਾ ਲਿਖਣ। ਔਰ ਬਾਬਾ ਕਬੀਰ ਜੀ ਨੇ ਤਾਂ ਬੜੀ ਸਪਸ਼ਟ ਜੀ ਗੱਲ ਸਮਝਾ ਦਿੱਤੀ। ਬਾਬਾ ਕਬੀਰ ਨੇ ਤੇ ਸਾਫ਼ ਹੀ ਕਹਿ ਦਿੱਤਾ ਗੌਂਡ ਰਾਗ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ 873। ਹੁਣ ਇਸ ਤੋਂ ਸਪਸ਼ਟ ਹੋਰ ਗੱਲ ਕਿਹੜੀ ਹੋਏਗੀ? ਛੋਡੇ ਅੰਨ ਕਰੇ ਪਾਖੰਡ, ਨਾ ਸੁਹਾਗਣ ਨਾ ਉਰੰਡ। ਅੰਨ ਛੱਡ ਕੇ ਮਨੁੱਖ ਕੀ ਪਾਖੰਡ ਕਰ ਰਿਹਾ ਨਾ? ਪਾਣੀ ਅੰਨ ਨਾ ਖਾਇਆ। ਸੋ ਜਿਸ ਨੇ ਐਸਾ ਪਾਖੰਡ ਕੀਤਾ, ਉਸ ਪਾਖੰਡ ਦੇ ਨਾਲ ਕੀ ਪ੍ਰਭੂ ਪ੍ਰਾਪਤ ਹੋਏਗਾ? ਗੁਰਮਤ ਦੇ ਵਿੱਚ ਨਾ ਐਸਾ ਜਪ ਪ੍ਰਵਾਨ ਹੈ, ਨਾ ਐਸਾ ਤਪ, ਨਾ ਵਰਤ ਔਰ ਪੂਜਾ। ਹਾਂ, ਪਾਤਸ਼ਾਹ ਕਹਿੰਦੇ ਸੋ ਜਪ ਸੋ ਤਪ ਸਾ ਵਰਤ ਪੂਜਾ। ਹੁਣ ਪੂਜਾ ਕੀ ਹੈ? ਲੋਕ ਮੂਰਤੀਆਂ ਦੇ ਕੇ ਬੈਠ ਜਾਂਦੇ ਨੇ। ਕੋਈ ਥਾਲਾਂ ਖੜਕਾ ਰਿਹਾ, ਇਹਨੂੰ ਪੂਜਾ ਕਹਿ ਰਿਹਾ। ਕੋਈ ਥਾਲਾਂ ਘੁਮਾ ਰਿਹਾ, ਉਹਨੂੰ ਪੂਜਾ ਕਹਿ ਰਿਹਾ। ਗੁਰਸਿੱਖ ਨੇ ਕਿਹੜੀ ਪੂਜਾ ਕਰਨੀ? ਗੁਰਸਿੱਖ ਨੇ ਕਿਹੜਾ ਵਰਤ, ਕਿਹੜਾ ਤਪ, ਕਿਹੜਾ ਜਪ? ਸੰਜਮ ਦਾ ਜਪ ਤਪ ਸੰਜਮ, ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ। ਆਪਣੇ ਆਪ ਨੂੰ ਨੀਚ ਲੈ ਜਾਣਾ, ਔਰ ਇੱਥੇ ਇਸ ਹੱਦ ਤੱਕ ਆਪਣੇ ਆਪ ਨੂੰ ਲੈ ਜਾਣਾ ਕਿ ਹਉਮੈ ਦਾ ਨਿਸ਼ਾਨ ਹੀ ਨਾ ਲਏ। ਲਾਗਤ ਹੀ ਪੋਏ ਮਿਲ ਗਿਆ, ਲੱਗਿਆ ਕਲੇਜੇ ਛੇਕ। ਐਸਾ ਛੇਕ ਲੱਗੇ ਕਿ ਲੱਗਦੀਆਂ ਸਾਰ ਹੀ ਪੋਏ ਜ਼ਮੀਨ ਦੇ ਉੱਤੇ ਆ ਜਾਵੇ ਉਸਦੀ ਜਿੰਨੀ ਵੀ ਹਉਮੈ। ਹਉਮੈ ਜ਼ਮੀਨ ਤੇ ਨਹੀਂ ਆਉਂਦੀ, ਇਸ ਕਰਕੇ ਬਾਬਾ ਕਬੀਰ ਕਹਿੰਦੇ ਬੱਤ ਨਹੀਂ ਅਸਮਾਨ ਗਿਰਾਵੇ। ਆਪ ਤਾਂ ਜ਼ਮੀਨ ਹੇਠਾਂ ਆਇਆ ਨਹੀਂ, ਗੱਲਾਂ ਗੱਲਾਂ ਵਿੱਚ ਅਸਮਾਨ ਜ਼ਰੂਰ ਹੇਠਾਂ ਲੈ ਆਂਦਾ। ਪਾਤਸ਼ਾਹ ਸਿੱਧਾ ਔਰ ਸਪਸ਼ਟ ਫੈਸਲਾ ਦਿੰਦੇ ਨੇ। ਸਤਿਗੁਰ ਕਹਿੰਦੇ ਨੇ ਸੁਣ ਲਓ, ਉਹੀ ਜਪ ਹੈ, ਉਹੀ ਤਪ ਹੈ, ਉਹੀ ਵਰਤ ਪੂਜਾ ਹੈ ਜਿਤ ਹਰਸਿਉ ਪ੍ਰੀਤ ਲਗਾਏ। ਜੇ ਇੱਕ ਅਕਾਲ ਪੁਰਖ ਨਾਲ ਪ੍ਰੀਤ ਲੱਗ ਗਈ ਤਾਂ ਜਪ ਵੀ ਹੋ ਗਿਆ, ਤਪ ਵੀ ਹੋ ਗਿਆ, ਵਰਤ ਵੀ ਹੋ ਗਿਆ, ਪੂਜਾ ਵੀ ਹੋ ਗਈ। ਫਿਰ ਹੋਰ ਕੁਝ ਸਮਝਣ ਦੀ ਲੋੜ ਨਹੀਂ। ਫਿਰ ਭੁੱਖ ਢਿੱਡ ਨੂੰ ਰੋਟੀ ਤੋਂ ਭੁੱਖਾ ਰੱਖਣ ਦੀ ਲੋੜ ਨਹੀਂ। ਹਾਂ, ਵੈਸੇ ਅਗਰ ਥੋੜ੍ਹਾ ਖਾਣਾ ਹੈ, ਡਾਈਟਿੰਗ ਕਰਨੀ ਹੈ, ਸਰੀਰ ਨੂੰ ਥੋੜ੍ਹਾ ਹੀ ਖਵਾਉਣਾ ਚਾਹੀਦਾ ਹੈ, ਉਸ ਦੇ ਲਈ ਤਾਂ ਠੀਕ ਹੈ। ਲੇਕਿਨ ਕੋਈ ਮਨੁੱਖ ਕਵੇ ਕਿ ਮੈਂ ਵਰਤ ਰੱਖ ਰਿਹਾ ਔਰ ਇਸ ਕਰਕੇ ਅੱਜ ਦੇ ਦਿਨ ਨਹੀਂ ਖਾਣਾ, ਕੋਈ ਚਲੀਏ 40-40 ਦਿਨ ਵਰਤ ਰੱਖ ਰਿਹਾ। ਸਵੇਰੇ ਵੀ ਦੱਬ ਕੇ ਖਾ ਲੈਂਦੇ ਨੇ, ਫਿਰ 5-6-7 ਘੰਟੇ ਭੁੱਖੇ ਰਹਿੰਦੇ ਨੇ, ਫਿਰ ਦੱਬ ਕੇ ਖਾ ਲੈਂਦੇ ਨੇ ਸ਼ਾਮ ਦੇ ਵਕਤ। ਤਾਂ ਇਸ ਕਿਸਮ ਦੇ ਵਰਤ ਨੂੰ ਰੱਖਣ ਤੋਂ ਬਾਅਦ ਹੁੰਦਾ ਕੀ ਹੈ? ਮਨੁੱਖ ਦਾ ਧਿਆਨ ਫਿਰ ਉਸ ਵਕਤ ਹੁੰਦਾ ਹੈ ਕਿ ਕਦੋਂ ਇਹ ਵਰਤ ਦੇ ਤੋੜਨ ਦਾ, ਇਸ ਦੇ ਟੁੱਟਣ ਦਾ ਵਕਤ ਆਵੇ। ਕਦੋਂ ਚੰਨ ਚੜੇ ਤੇ ਕਦੋਂ ਮੈਂ ਪਾਣੀ ਪੀਵਾਂ। ਚੰਨ ਚੜੇ ਤੇ ਪਾਣੀ ਪੀਵਾਂ, ਉਹਨੂੰ ਚੰਦਰਾਇਣਾ ਕਿਹਾ ਸਤਿਗੁਰਾਂ ਨੇ। ਪਾਤਸ਼ਾਹ ਦਾ ਫੈਸਲਾ। ਸਤਿਗੁਰ ਕਹਿੰਦੇ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ, ਇੱਕ ਖਿਨ ਮੈਂ ਬਿਸਰ ਸਭ ਜਾਏ। ਇੱਕ ਅਕਾਲ ਪੁਰਖ ਦੇ ਨਾਲ ਜੇ ਪ੍ਰੀਤ ਲੱਗ ਗਈ ਤਾਂ ਜਪ ਹੋ ਗਿਆ, ਤਪ ਹੋ ਗਿਆ, ਵਰਤ ਹੋ ਗਿਆ, ਪੂਜਾ ਹੋ ਗਿਆ, ਕਿਉਂਕਿ ਧਰਮ ਦਾ ਰਸਤਾ ਮਿਲ ਗਿਆ। ਤਾਂ ਧਰਮ ਦੇ ਰਸਤੇ ਉੱਪਰ ਜਪ ਕਿਵੇਂ ਕਰਨਾ ਪਤਾ ਲੱਗ ਗਿਆ। ਧੂਣੀ ਤਪਾ ਕੇ ਜਪ ਨਹੀਂ ਹੈ, ਧੂਣੀ ਤਪਾ ਕੇ ਤਪ ਨਹੀਂ ਹੈ, ਭੁੱਖਾ ਰੱਖ ਕੇ ਪੇਟ ਵਰਤ ਨਹੀਂ ਹੈ, ਪੱਥਰ ਦੀ ਪੂਜਾ ਨਹੀਂ ਹੈ। ਪ੍ਰੀਤ ਲਗੀ ਤਾਂ ਪਤਾ ਲੱਗਿਆ, ਅਨਿਆਥਾ ਨਹੀਂ ਪਤਾ ਲੱਗ ਸਕੇਗਾ। ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ, ਇੱਕ ਖਿਨ ਮੈਂ ਬਿਸਰ ਜਾਏ। ਜਿਸ ਧਿਆਨ ਦੀ ਬਰਕਤ ਦੇ ਨਾਲ ਅਕਾਲ ਪੁਰਖ ਦੇ ਨਾਲ ਪ੍ਰੀਤ ਬਣ ਜਾਵੇ, ਉਹ ਪ੍ਰੀਤ ਹੀ ਸਿਮਰਨ ਹੈ, ਉਹ ਪ੍ਰੀਤ ਹੀ ਧਿਆਨ ਹੈ, ਔਰ ਉਹੀ ਸਤਿਗੁਰ ਕਹਿੰਦੇ ਜਪ ਹੈ, ਉਹੀ ਤਪ ਹੈ, ਉਹੀ ਵਰਤ ਹੈ, ਉਹੀ ਸਿਮਰਨ ਜਪ, ਉਹੀ ਸਿਮਰਨ ਤਪ, ਉਹੀ ਸਿਮਰਨ ਵਰਤ।
ਉਹੀ ਸਿਮਰਨ ਪੂਜਾ, ਉਹੀ ਧਿਆਨ ਜਪ, ਉਹੀ ਧਿਆਨ ਤਪ, ਉਹੀ ਧਿਆਨ ਵਰਤ, ਉਹੀ ਧਿਆਨ ਪੂਜਾ। ਹੋਰ ਕੋਈ ਪੂਜਾ, ਵਰਤ, ਤਪ, ਜਪ, ਸਿਮਰਨ ਨਹੀਂ ਹੈ। ਅਕਾਲ ਪੁਰਖ ਦੇ ਪ੍ਰਭੂ ਦੇ ਚਰਨਾਂ ਦੇ ਵਿੱਚ ਪ੍ਰੀਤ ਤੋਂ ਬਿਨਾਂ, ਪਿਆਰ ਤੋਂ ਬਿਨਾਂ ਜਪ ਤਪ, ਇਹ ਸਾਰੀਆਂ ਦੀ ਸਾਰੀਆਂ ਗੱਲਾਂ ਝੂਠੀਆਂ ਨੇ। ਕਿਉਂਕਿ ਉਹ ਜਿਹੜੇ ਜਪ ਕਰ ਰਹੇ ਨੇ ਨਾ, ਉਹ ਉਚਾਰ ਰਹੇ ਨੇ ਬਾਰ-ਬਾਰ ਉੱਚੀ ਉੱਚੀ, ਕੋਈ ਨੀਵੀਂ, ਕੋਈ ਹੌਲੀ, ਕੋਈ ਤਪ ਕਰ ਰਹੇ ਨੇ ਧੂਣੀਆਂ ਤਾਂ ਕੇ ਆਪਣਾ ਸਰੀਰ ਤਪਾ ਰਹੇ ਨੇ, ਕੋਈ ਭੁੱਖਾ ਪੇਟ ਰੱਖ ਕੇ ਵਰਤ ਕਰ ਰਹੇ ਨੇ। ਇਹ ਸਾਰੇ ਦੇ ਸਾਰੇ ਝੂਠੇ ਨੇ। ਇੱਕ ਖਿਣ ਦੇ ਵਿੱਚ ਇਹ ਪਿਆਰ ਮਨੁੱਖ ਨੂੰ ਭੁਲਾ ਦਿੰਦੇ ਨੇ। ਕਿਉਂਕਿ ਫਿਰ ਜਿਹਨੇ ਵਰਤ ਰੱਖਿਆ ਉਹਦਾ ਧਿਆਨ ਫਿਰ ਹੁੰਦਾ ਕਦੋਂ ਚੰਨ ਚੜ੍ਹੇ ਅਤੇ ਪਾਣੀ ਪੀਆਂ, ਕਦੋਂ ਵੇਲਾ ਹੋਵੇ, ਅਜ਼ਾਨ ਹੋਵੇ ਅਤੇ ਮੈਂ ਆਪਣਾ ਵਰਤ ਤੋੜਨਾ। ਧਿਆਨ ਤੇ ਉੱਧਰ ਵਰਤ ਤੋੜਨ ਵੱਲ ਹੁੰਦਾ ਉਹਦਾ। ਜਿਸ ਨੇ ਮਾਲਾ ਪਕੜ ਲਈ ਉਹਦਾ ਧਿਆਨ ਤੇ ਇਸ ਗੱਲ ਵੱਲ ਹੁੰਦਾ ਕਿ ਮੈਂ ਗਿਣਤੀ ਕਿੰਨੀ ਕਰ ਲਈ। ਗਿਣਤੀਆਂ ਮਿਣਤੀਆਂ 'ਚ ਪ੍ਰਭੂ ਭੁੱਲ ਜਾਂਦਾ। ਜਾਂ ਧਿਆਨ ਇਸ ਗੱਲ ਕੋ ਹੁੰਦਾ ਕਿ ਮੇਰੇ ਹੱਥ ਵਿੱਚ ਫੜੀ ਹੋਈ ਮਾਲਾ ਕੋਈ ਵੇਖ ਵੀ ਰਿਹਾ ਕਿ ਨਹੀਂ। ਫਿਰ ਮਾਲਾ ਵੀ ਕਈ ਲੋਕ ਬੜੀ ਖੂਬਸੂਰਤ ਤੋਂ ਖੂਬਸੂਰਤ ਪਕੜ ਲੈਂਦੇ ਨੇ ਤਾਂ ਕਿ ਧਿਆਨ ਜਾਏ ਕਿ ਮਾਲਾ ਬੜੀ ਖੂਬਸੂਰਤ ਹੈ। ਧਿਆਨ ਮਾਲਾ ਵੱਲ ਜਾਏਗਾ ਅਤੇ ਇਸ ਗੱਲ ਵੱਲ ਧਿਆਨ ਜਾਏਗਾ ਕਿ ਵਾਕਈ ਧਰਮੀ ਪੁਰਖ ਹੈ, ਮਾਲਾ ਪਕੜੀ ਹੋਈ। ਸਤਿਗੁਰ ਸਪਸ਼ਟ ਰੂਪ ਦੇ ਵਿੱਚ ਕਹਿੰਦੇ ਨੇ ਇਹ ਜਪ ਵੀ ਨਹੀਂ ਹੈ, ਇਹ ਤਪ ਵੀ ਨਹੀਂ ਹੈ, ਇਹ ਵਰਤ ਵੀ ਨਹੀਂ ਹੈ, ਪੂਜਾ ਵੀ ਨਹੀਂ ਹੈ। ਇਹ ਝੂਠ ਹੈ ਸਭ ਕੁਝ। ਇਹ ਭੇਖ ਹੈ ਔਰ ਭੇਖ ਕੀਤਿਆਂ ਪ੍ਰਾਪਤੀ ਨਹੀਂ ਹੈ। ਜਿਵੇਂ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ ਕਿ ਸਤਿਗੁਰ ਕਹਿੰਦੇ ਨੇ ਖਟ ਦਰਸ਼ਨ ਭਰਮ ਤੇ ਫਿਰ ਨਾਹੇ ਮਿਲੇ ਭੇਖੰਗ, ਵਰਤ ਕਰੇ ਚੰਦਰਾਣਾ ਸੇ ਕਿਤੇ ਨਾ ਲੇਖੰਗ। ਜਿਹੜੇ ਭੇਖ ਕੀਤੇ ਨੇ, ਜਿਹੜੇ ਵਰਤ ਕੀਤੇ ਨੇ, ਕਿਤੇ ਲੇਖ ਦੇ ਵਿੱਚ ਵੀ ਨਹੀਂ ਆਉਣਗੇ। ਤੇ ਫਿਰ ਫਾਇਦਾ ਕੀ ਹੋਇਆ ਕਰਨ ਦਾ? ਬਰਬਾਦ, ਵਕਤ ਬਰਬਾਦ। ਜਿਵੇਂ ਕੋਈ ਮਨੁੱਖ ਜ਼ੋਰ ਲਾਈ ਜਾਵੇ, ਜਿਵੇਂ ਉਦਾਹਰਨ ਦੇ ਤੌਰ ਉੱਪਰ ਇੱਕ ਦਰਵਾਜ਼ਾ ਹੈ, ਉਹ ਅੰਦਰ ਵੱਲ ਨੂੰ ਖੁੱਲ੍ਹਦਾ, ਆਪਾਂ ਬਾਹਰ ਵੱਲ ਨੂੰ ਖਿੱਚੀ ਜਾਈਏ, ਜ਼ੋਰ ਲਾਈ ਜਾਈਏ, ਪਸੀਨੋ ਪਸੀਨੇ ਹੋ ਜਾਈਏ, ਸਾਰਾ ਦਿਨ ਵੇਸਟ ਕਰ ਦਈਏ, 10 ਮਜ਼ਦੂਰ ਵੀ ਲੈ ਆਈਏ ਵੀ ਖਿੱਚੋ ਇਹਨੂੰ, ਖੁੱਲ੍ਹਦਾ ਕਿਉਂ ਨਹੀਂ। ਅਤੇ ਸ਼ਾਮ ਦੇ ਵਕਤ ਕੋਈ ਆ ਕੇ ਕਹਿ ਦੇਵੇ ਕਿ ਭਾਈ ਮਾੜਾ ਜਿਹਾ ਅੰਦਰ ਧੱਕਾ ਲਾ ਕੇ ਦੇਖ ਲਓ। ਅੰਦਰ ਧੱਕਾ ਲਾਇਆ ਅਤੇ ਲੇਬਰ ਵੀ ਨਹੀਂ ਕਰਨੀ ਪਈ, ਦਰਵਾਜ਼ਾ ਵੀ ਖੁੱਲ੍ਹ ਗਿਆ। ਕਿਉਂਕਿ ਜੁਗਤ ਨਹੀਂ ਸੀ। ਖੋਲ੍ਹਣਾ ਤਾਂ ਚਾਹੁੰਦਾ ਹਰ ਕੋਈ ਦਰਵਾਜ਼ਾ, ਪਰ ਦਰਵਾਜ਼ਾ ਖੋਲ੍ਹਣ ਦੀ ਜੁਗਤ ਨਹੀਂ ਹੈ। ਸਤਿਗੁਰੂ ਜੀ ਫੈਸਲਾ ਦਿੰਦੇ ਨੇ, ਪਾਤਸ਼ਾਹ ਕਹਿੰਦੇ ਜੁਗਤ ਤੋਂ ਬਿਨਾਂ ਕੁਛ ਵੀ ਸੰਭਵ ਨਹੀਂ ਹੈ। ਇਸ ਕਰਕੇ ਜੁਗਤ ਧੋਤੀ ਸੁਰਤ ਚੌਂਕਾ ਤਿਲਕ ਕਰਨੀ ਹੋਈ। ਜਿਹੜੀ ਧੋਤੀ ਤੋਂ ਪਾਣੀ ਹੈ ਨਾ, ਇਹ ਸੰਸਾਰਕ ਦੁਨਿਆਵੀ ਧੋਤੀ ਨਹੀਂ ਪਾਣੀ ਪਖੰਡ ਦੀ, ਜੁਗਤ ਦੀ ਧੋਤੀ। ਸੁਰਤ ਚੌਂਕਾ, ਜਿਹੜਾ ਚੌਂਕਾ ਲਾਣਾ ਸੁਰਤ ਦਾ ਲਾਣਾ, ਤਿਲਕ ਕਰਨੀ ਹੋਏ। ਹੋਰ ਕੋਈ ਮੱਥੇ ਤੇ ਤਿਲਕ ਨਹੀਂ ਲਾਣਾ ਤੂੰ। ਗੁਰਸਿੱਖ ਨੇ ਆਪਣੀ ਕਰਨੀ ਦਾ ਤਿਲਕ ਲਾ। ਜਿੰਨੀ ਦੇਰ ਤੱਕ ਕਰਨੀ ਦਾ ਤਿਲਕ ਨਹੀਂ ਲੱਗੇਗਾ, ਉਨੀ ਦੇਰ ਤੱਕ ਗੱਲ ਸਮਝ ਨਹੀਂ ਲੱਗੇਗੀ। ਔਰ ਆਖਰੀ ਮੁਬਾਰਕ ਪੰਕਤੀਆਂ ਦੇ ਵਿੱਚ ਸਤਿਗੁਰੂ ਫਿਰ ਫੈਸਲਾ ਦਿੰਦੇ ਨੇ, ਕਨਕਲੂਜਨ ਦਿੰਦੇ ਨੇ। ਪਾਤਸ਼ਾਹ ਕਹਿੰਦੇ ਤੂੰ ਬੇਅੰਤ ਸਰਬ ਕਲ ਪੂਰਾ ਕਿਛ ਕੀਮਤ ਕਹੀ ਨਾ ਜਾਏ, ਨਾਨਕ ਸਰਨ ਤੁਮਹਾਰੀ ਹਰ ਜਿਉ ਪਾਵੇ ਤਿਵੇਂ ਛੁਡਾਏ। ਤੂੰ ਹੀ ਬੇਅੰਤ ਹੈ, ਸਰਬ ਸ਼ਕਤੀ ਭਰਪੂਰ ਇੱਕ ਤੂੰ ਮਾਲਕ ਹੈ। ਤੇਰੀ ਕੀਮਤ, ਤੇਰਾ ਮੁੱਲ ਕੋਈ ਕਿਸੇ ਕਿਸਮ ਦੇ ਨਾਲ ਵੀ ਨਹੀਂ ਪਾ ਸਕਦਾ। ਤੂੰ ਬੇਅੰਤ ਸਰਬ ਕਲ ਪੂਰਾ, ਤੂੰ ਹੀ ਹੈ ਸਰਬ ਕਲਾ ਸਮਰੱਥ। ਔਰ ਤੇਰੀ ਕੀਮਤ ਕੀ ਪਾਈ ਜਾ ਸਕਦੀ? ਪੈ ਹੀ ਨਹੀਂ ਸਕਦੀ। ਮੈਂ ਤਾਂ ਇਸ ਫੈਸਲੇ ਤੇ ਪਹੁੰਚਿਆ, ਸਤਿਗੁਰ ਕਹਿੰਦੇ ਨਾਨਕ ਸਰਨ ਤੁਮਾਰੀ ਹਰ ਜਿਉ ਭਾਵੇ ਤਿਵੇਂ ਛੁਡਾਏ। ਇੱਛਾ ਸਮਰਪਣ ਕਰ ਦਿੱਤੀ ਨਾ ਆਪਣੀ, ਤੋ ਇੱਛਾਵਾਂ ਸਮਰਪਣ ਹੋ ਗਈਆਂ, ਤੇ ਫਿਰ ਇੱਛਾ ਦੇ ਮੁਤਾਬਕ ਹੀ ਫਲ ਮਿਲੇਗਾ। ਔਰ ਜਿਹੜਾ ਫਲ ਇੱਥੇ ਮਿਲੇਗਾ, ਫਿਰ ਦੁੱਖ ਨਾ ਲੱਗ ਗਿਆ, ਇਹਦੇ ਨਾਲ ਫਿਰ ਦੁੱਖ ਨਹੀਂ ਲੱਗੇਗਾ। ਤੈਨੂੰ ਜਿਵੇਂ ਚੰਗਾ ਲੱਗੇ ਆਪਣੇ ਚਰਨਾਂ ਦੀ ਪ੍ਰੀਤ ਬਖਸ਼ ਦੇ ਔਰ ਮੈਨੂੰ ਆਪਣੀ ਚਰਨਾਂ ਦੇ ਨਾਲ ਜੋੜ ਦੇ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰਾਨਾ। ਅੰਤਰੀ ਭਾਵਕ ਅਰਥਸਾਰ ਕਰਦੀਆਂ ਹੋਈਆਂ ਅਨੇਕਾਂ ਹੀ ਭੁੱਲਾਂ ਦੇ ਲਈ ਦੋਵੇਂ ਹੱਥ ਜੋੜ ਖਿਮਾ। ਜਿਸ ਜਗ੍ਹਾ ਉੱਪਰ ਵੀ ਆਪ ਮਹਿਸੂਸ ਕਰਦੇ ਹੋ ਕਿ ਅਣਜਾਣ ਬਹੁਤ ਅਣਜਾਣਪੁਣਾ ਕਰ ਰਹੇ, ਅਣਜਾਣ ਜਾਣ ਕੇ ਅਣਜਾਣ ਨੂੰ ਖਿਮਾ ਕਰਨਾ, ਇਹ ਆਪ ਜੀ ਦਾ ਵੱਡਪਣ ਹੈ। ਔਰ ਪਿਛਲੇ 10 ਵਰ੍ਹਿਆਂ ਤੋਂ ਆਪ ਖਿਮਾ ਕਰਦੇ ਆਏ ਹੋ। ਅੱਜ ਦੀਆਂ ਹੋਈਆਂ ਭੁੱਲਾਂ ਦੇ ਲਈ ਵੀ ਆਪ ਜੀ ਤੋਂ ਦੋਵੇਂ ਹੱਥ ਜੋੜ ਕੇ ਖਿਮਾ ਮੰਗਦੇ ਹਾਂ। ਅੱਜ ਦੇ ਇਤਿਹਾਸਕ ਦਿਹਾੜਿਆਂ ਦੇ ਵਿੱਚ ਜਿਵੇਂ ਆਪਾਂ ਜਾਣਦੇ ਹਾਂ ਕਿ ਅੱਜ 26 ਜੁਲਾਈ ਹੈ। 26 ਜੁਲਾਈ 2011 ਔਰ ਦੇਖਦੇ ਹਾਂ ਜੀ ਕਿ 26 ਜੁਲਾਈ 2011 ਨੂੰ ਕਿਹੜੀਆਂ ਇਤਿਹਾਸਕ ਘਟਨਾਵਾਂ ਜਿਹੜੀਆਂ ਨੇ ਉਹ ਸਿੱਖ ਪੰਥ ਦੇ ਨਾਲ ਵਾਪਰੀਆਂ ਨੇ, ਜਿਨ੍ਹਾਂ ਦਾ ਵਾਸਤਾ ਸਿੱਖ ਪੰਥ ਦੇ ਨਾਲ ਹੈ। 26 ਜੁਲਾਈ 1940 ਵਾਲੇ ਦਿਨ ਨੰਬਰ 4 ਰੈਜੀਮੈਂਟ, ਜਿਸ ਵਕਤ ਗੋਰਿਆਂ ਦੀ ਹਕੂਮਤ ਸੀ, ਨੰਬਰ 4 ਰੈਜੀਮੈਂਟ ਦੇ 4 ਗੁਰਸਿੱਖਾਂ ਨੂੰ ਫਾਂਸੀ ਉੱਪਰ ਲਟਕਾ ਦਿੱਤਾ ਗਿਆ ਸੀ। ਅੱਜ ਦੇ ਦਿਨ 26 ਜੁਲਾਈ 1940 ਵਾਲੇ ਦਿਨ। ਅੱਜ ਦੇ ਦਿਨ ਭਾਵ
26 ਜੁਲਾਈ 1986 ਵਾਲੇ ਦਿਨ ਇੱਕ ਵਾਰੀ ਫੇਰ ਇਹ ਵਿਉਂਤ ਬਣਾਈ ਗਈ ਸੀ ਕਿ ਜਿਵੇਂ 1984 ਦਾ ਸਾਕਾ ਵਰਤਾਇਆ ਗਿਆ ਸੀ, ਸਿੱਖਾਂ ਦੇ ਉੱਪਰ ਕਹਿ ਹਟਾਇਆ ਗਿਆ ਸੀ, ਉਸ ਤਰ੍ਹਾਂ ਦਾ ਇੱਕ ਵਾਰੀ ਹਮਲਾ ਫੇਰ ਕੀਤਾ ਜਾਵੇ। ਇਹ ਜਿਹੜੀ ਵਿਉਂਤ ਹੈ ਇਹ ਭਾਰਤ ਦੀ ਸਰਕਾਰ ਨੂੰ ਰੂਸ ਵੱਲੋਂ ਆਈ ਸੀ ਕਿ ਰੂਸ ਦੇ ਵਿੱਚ ਜਿਵੇਂ ਕੁਝ ਮੁਸਲਮਾਨ ਵਸਿਆ ਕਰਦੇ ਸਨ, ਉਹਨਾਂ ਨੂੰ ਹਰ ਚੌਥੇ ਪੰਜਵੇਂ ਸਾਲ ਉਹ ਇਸ ਤਰ੍ਹਾਂ ਹੀ ਮਾਰ ਕੇ ਦਬਾਉਣਾ ਚਾਹੁੰਦੇ ਸਨ ਅਤੇ ਰੂਸ ਦੀ ਪਾਲਿਸੀ ਨੂੰ ਅਪਣਾਉਂਦੇ ਹੋਇਆਂ ਫਿਰ ਇੱਕ ਵਾਰੀ ਇਹ ਵਾਰਦਾਤ ਕਰਨ ਦਾ ਕਾਰਾ ਕੀਤਾ ਗਿਆ ਸੀ। ਤੋ ਇਹ ਕਾਰਾ ਭਾਵੇਂ ਪੂਰੀ ਤਰ੍ਹਾਂ ਨਾਲ ਸਫਲਤਾ ਨਹੀਂ ਹੋ ਸਕਿਆ, ਕਿਉਂਕਿ ਪੰਜਾਬ ਦੇ ਵਿੱਚ ਸਿੱਖਾਂ ਵੱਲੋਂ ਇਹ ਧਮਕੀ ਆ ਗਈ ਸੀ ਕਿ ਜੇ ਹੁਣ ਐਸਾ ਹੋਇਆ ਤਾਂ ਪੰਜਾਬ ਦੇ ਵਿੱਚ ਵੀ ਫਿਰ ਕਤਲੇਆਮ ਸ਼ੁਰੂ ਹੋਵੇਗਾ। ਤੋ 6 ਗੁਰਕੇ ਸਿੱਖਾਂ ਨੂੰ ਅੱਜ ਦੇ ਦਿਨ ਕਤਲ ਕਰ ਦਿੱਤਾ ਗਿਆ ਸੀ ਔਰ ਕਰੀਬਨ 59 ਦੇ ਕਰੀਬ ਜਿਹੜੇ ਸਨ ਉਹ ਫੱਟੜ ਕੀਤੇ ਗਏ ਸਨ। ਲੇਕਿਨ ਜਿਸ ਵਕਤ ਪੰਜਾਬ ਦੇ ਵਿੱਚ ਇਹ ਖਬਰ ਫੈਲੀ ਤਾਂ ਫਿਰ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਤੁਰੰਤ ਫੌਜ ਭੇਜ ਦਿੱਤੀ ਗਈ ਔਰ ਫੌਜ ਵੱਲੋਂ ਇਹਨਾਂ ਜਗ੍ਹਾਵਾਂ ਉੱਪਰ ਜਗ੍ਹਾ ਜਗ੍ਹਾ ਸੜਕਾਂ ਉੱਪਰ ਫਲੈਗ ਮਾਰਚ ਕੀਤੇ ਗਏ ਤਾਂ ਕਿ ਦਿੱਲੀ ਦੇ ਕਤਲੇਆਮ ਦੇ ਜਵਾਬ ਵਜੋਂ ਇੱਥੇ ਕਤਲੇਆਮ ਨਾ ਸ਼ੁਰੂ ਹੋ ਜਾਣ, ਉਹਨਾਂ ਨੂੰ ਰੋਕਿਆ ਜਾ ਸਕੇ। ਤੋ ਅੱਜ ਦੇ ਦਿਨ ਹੀ 26 ਜੁਲਾਈ ਵਾਲੇ ਦਿਨ ਹੀ ਸਿੱਖਾਂ ਦੇ ਕਤਲਾਂ ਅਤੇ ਲੁੱਟਮਾਰ ਦੇ ਸਿਲਸਿਲੇ ਦੇ ਵਿੱਚ ਉਸ ਵਕਤ ਦੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਪ੍ਰਕਾਸ਼ ਸਿੰਘ ਬਾਦਲ ਆਪਣੇ ਕੁਝ ਸਾਥੀਆਂ ਦੇ ਨਾਲ, ਜਿਨ੍ਹਾਂ ਦੇ ਵਿੱਚ ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਵੀ ਸ਼ਾਮਲ ਸਨ, ਦਿੱਲੀ ਵਿਖੇ ਸਿੱਖਾਂ ਨੂੰ ਮਿਲਣ ਦੇ ਲਈ ਆਏ। ਉਹਨਾਂ ਨੂੰ ਦਿੱਲੀ ਦੇ ਵਿੱਚ ਸਿੱਖਾਂ ਨੂੰ ਮਿਲਣ ਤੋਂ ਇਨਕਾਰ ਕੀਤਾ ਗਿਆ ਅਤੇ ਜਦੋਂ ਉਹਨਾਂ ਨੇ ਕਿਹਾ ਕਿ ਉਹ ਮਿਲ ਕੇ ਹੀ ਜਾਣਗੇ, ਬਾਜ਼ਿਦ ਨੇ ਇਸ ਗੱਲ ਦੇ, ਤਾਂ ਉਹਨਾਂ ਨੂੰ ਫਿਰ 9 ਅਗਸਤ ਵਾਲੇ ਦਿਨ ਗ੍ਰਿਫਤਾਰ ਕੀਤਾ ਗਿਆ। ਉਹਨਾਂ ਉੱਪਰ ਪੰਜਾਬ ਸਿਕਿਉਰਿਟੀ ਐਕਟ ਦੀ ਜਿਹੜੀ ਦਫਾ 1978 ਦੀ ਤਹਿਤ ਦਫਾ 1C ਲਗਾ ਦਿੱਤੀ ਗਈ। ਬਾਅਦ ਦੇ ਵਿੱਚ ਉਹਨਾਂ ਨੂੰ ਛੱਡ ਦਿੱਤਾ ਗਿਆ ਸੀ। ਅੱਜ ਦੇ ਦਿਨ ਭਾਵ 26 ਜੁਲਾਈ 2003 ਵਾਲੇ ਦਿਨ ਕਾਫੀ ਚਿਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਲੇ ਆ ਰਹੇ ਗੁਰਚਰਨ ਸਿੰਘ ਟੌਹੜਾ, ਜਿਸ ਵਕਤ ਬਾਦਲ ਦੇ ਨਾਲ ਦੁਸ਼ਮਣੀ ਮੁੱਲ ਲੈਣ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਸ਼ਿਪ ਤੋਂ, ਪ੍ਰਧਾਨਗੀ ਤੋਂ ਹਟਾ ਦਿੱਤੇ ਗਏ ਸਨ, ਤਾਂ ਜਿਸ ਵਕਤ ਦੁਬਾਰਾ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਇੱਕ ਦੂਸਰੇ ਦੇ ਮੂੰਹ ਦੇ ਵਿੱਚ ਲੱਡੂ ਪਾ ਕੇ ਰਸਮੀ ਤੌਰ ਪਰ ਇੱਕ ਦੂਸਰੇ ਦੇ ਅਕਾਲੀ ਦਲ ਦੇ ਵਿੱਚ ਆਪਣੇ ਆਪ ਨੂੰ ਮਰਜ ਕੀਤੇ ਜਾਣ ਦੇ ਲਈ ਅਰਦਾਸ ਕੀਤੀ ਗਈ, ਤਾਂ ਫਿਰ ਕਿਰਪਾਲ ਸਿੰਘ ਜੀ ਬਡੂੰਗਰ ਹੁਣਾਂ ਨੂੰ ਹਟਾ ਕੇ ਪ੍ਰਕਾਸ਼ ਸਿੰਘ ਜੀ ਬਾਦਲ ਹੁਣਾਂ ਨੇ ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਹੁਣਾਂ ਨੂੰ ਅੱਜ ਦੇ ਦਿਨ ਭਾਵ 26 ਜੁਲਾਈ 2003 ਨੂੰ ਇੱਕ ਵਾਰੀ ਫੇਰ ਪ੍ਰਧਾਨ ਬਣਾ ਦਿੱਤਾ। ਤੋ ਪ੍ਰਧਾਨਗੀ ਦੀ ਚਾਹ ਰੱਖਣ ਦੀ ਤਹਿਤ ਉਹਨਾਂ ਨੇ ਅੱਜ ਦੇ ਦਿਨ ਸਮਝੌਤਾ ਕੀਤਾ ਸੀ। ਤੋ ਇਹ ਸਨ ਅੱਜ ਦੇ ਇਤਿਹਾਸਕ ਦਿਹਾੜੇ ਜਿਨ੍ਹਾਂ